This program is sponsored by Prime Link Express, a Gurmeet Mali, Union Truck Stop, Bakersfield, Sukhi Kuman. ਨਮਸਕਾਰ, ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ ਔਰ ਤੁਹਾਡਾ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਹਫਤੇ 'ਚ 3 ਦਿਨ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦੇ ਹਾਂ। ਇਸ ਨੂੰ ਤੁਸੀਂ ਬਾਸ ਟੀਵੀ ਔਰ ਗਰਬ ਪੰਜਾਬ ਤੇ ਦੇਖ ਸਕਦੇ ਜੇ। ਬਾਸ ਟੀਵੀ IPTV ਦੇ ਉੱਤੇ ਉਪਲਬਧ ਹੈ ਔਰ ਗਰਬ ਪੰਜਾਬ US ਦੇ ਵਿੱਚ ਸਲਿੰਗ ਦੇ ਉੱਪਰ ਤੁਸੀਂ ਦੇਖ ਸਕਦੇ ਜੇ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਬੁੱਧਵਾਰ ਦੀ ਸ਼ਾਮ, ਭਾਰਤ ਦੇ ਵਿੱਚ ਹੈ ਵੀਰਵਾਰ ਦੀ ਸਵੇਰ ਤੇ ਆਸਟ੍ਰੇਲੀਆ ਦੇ ਵਿੱਚ ਦੁਪਹਿਰ ਹੋਣ ਜਾ ਰਹੀ ਹੈ। ਨਾਨਕਸ਼ਾਹੀ ਸੰਮਤ 552 ਜੇਠ ਦੀ ਅੱਜ 29 ਤਰੀਕ ਹੈ। ਸਾਡੇ ਸ਼ੋਅ ਦੇ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਔਰ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਅੱਜ ਆਪਾਂ ਬੜੇ ਦਿਨਾਂ ਬਾਅਦ ਕਰੋਨਾ ਵਾਇਰਸ ਮਹਾਮਾਰੀ ਦੀ ਦੁਬਾਰਾ ਤੋਂ ਗੱਲ ਕਰਨੀ ਹੈ। ਪਿਛਲੇ ਕਈ ਦਿਨਾਂ ਦੇ ਵਿੱਚ ਲਗਾਤਾਰ ਕੇਸਿਸ ਦੇ ਵਿੱਚ ਵਾਧਾ ਹੋ ਰਿਹਾ। ਕਰੀਬ ਪਿਛਲੇ 8-10 ਦਿਨ ਤੋਂ ਰੋਜ਼ ਦੇ 10-11 ਹਜ਼ਾਰ ਨਵੇਂ ਕੇਸ ਆ ਰਹੇ ਆ। ਕੁਝ ਵੇਲਾ ਸੀ, ਕੁਝ ਦਿਨ ਪਹਿਲੋਂ ਭਾਰਤ 12ਵੇਂ-13ਵੇਂ ਨੰਬਰ ਤੇ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਕੇਸਿਸ ਦੇ ਮਸਲੇ ਦੇ ਵਿੱਚ ਆਉਂਦਾ ਸੀ, ਲੇਕਿਨ ਇਸ ਵੇਲੇ ਭਾਰਤ ਦੀ ਥਾਂ 5ਵੇਂ ਥਾਂ ਤੇ ਹੈ। ਔਰ ਜੇ ਕੇਸ ਇਸੇ ਤਰ੍ਹਾਂ ਵੱਧਦੇ ਰਹੇ ਤੇ ਇੱਕ ਸ਼ੰਕਾ ਵਾ ਵੀ ਅਗਲੇ ਕਰੀਬ 2-3 ਹਫ਼ਤਿਆਂ 'ਚ 5ਵੇਂ ਤੋਂ ਭਾਰਤ ਚੌਥੇ ਤੇ ਫਿਰ ਤੀਜੇ ਥਾਂ ਤੇ ਔਰ ਦੂਸਰੇ ਥਾਂ ਤੇ ਵੀ ਆ ਸਕਦਾ ਵਾ। ਇੱਕ ਪੋਜ਼ਿਟਿਵ ਚੀਜ਼ ਇਹ ਆ ਕਿ ਰਿਕਵਰੀ ਰੇਟ ਕਾਫੀ ਚੰਗਾ ਵਾ। ਰਸ਼ੀਆ ਵਾਂਗੂ ਮੋਰਟੈਲਿਟੀ ਰੇਟ, ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ, ਉਹ ਵੀ ਘੱਟ ਨੇ। ਕਰੀਬ 7-8 ਹਜ਼ਾਰ ਲੋਕਾਂ ਦੀ ਮੌਤ ਹੋਈ ਆ। ਬਾਕੀ ਜਿਹੜੇ ਮੁਲਕ ਆ ਜਿਵੇਂ UK ਦੇ ਵਿੱਚ ਆਲਮੋਸਟ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਆਪਾਂ ਵਿਚਾਰ ਕਰਨੀ ਆ ਵੀ ਇਹ ਜਿਹੜੇ ਵੱਧ ਰਹੇ ਕੇਸ ਆ, ਲਗਾਤਾਰ ਵੱਧ ਰਹੇ ਕੇਸ ਆ, ਕੀ ਆਪਣਾ ਮੁਲਕ ਜਿਹੜਾ ਵਾ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ, ਭਾਰਤ ਇਹ ਵੱਧ ਰਹੇ ਕੇਸਾਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਆ? ਇਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਕਿੰਨੇ ਕੁ ਟੈਸਟਿੰਗ ਕਿੰਨੀ ਕੁ ਹੋ ਰਹੀ ਆ, ਕਿੰਨੇ ਕੁ ਬੈੱਡਸ ਅਵੇਲੇਬਲ ਆ, ਹੋਰ ਕਿਹੋ ਜਿਹੀਆਂ ਦਿੱਕਤਾਂ ਆ ਰਹੀਆਂ। ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਇੱਕ ਤਰੀਕੇ ਨਾਲ ਹੁਣ ਲਾਕਡਾਊਨ ਕਰੀਬ ਪੂਰਾ ਖੋਲ੍ਹਤਾ ਗਿਆ। ਠੀਕ ਹੈ, ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਮਾਸਕ ਪਾ ਕੇ ਬਾਹਰ ਜਾਓ, ਫਿਜ਼ੀਕਲ ਡਿਸਟੈਂਸਿੰਗ, ਸੋਸ਼ਲ ਡਿਸਟੈਂਸਿੰਗ ਰੱਖੋ, ਲੇਕਿਨ ਅਦਰਵਾਈਜ਼ ਹੁਣ ਰੋਜ਼ਮਰਾ ਜ਼ਿੰਦਗੀ ਹੌਲੀ ਹੌਲੀ ਵਾਪਸ ਆਉਣੀ ਸ਼ੁਰੂ ਹੋ ਗਈ। ਬੱਸਾਂ ਚੱਲ ਪਈਆਂ ਵਾ, ਗੱਡੀਆਂ ਚੱਲ ਪਈਆਂ ਵਾ, ਲੋਕਲ ਹਵਾਈ ਜਹਾਜ਼ ਸੇਵਾਵਾਂ ਚੱਲ ਪਈਆਂ ਵਾ। ਸੋ ਇਸ ਕਰਕੇ ਇਹ ਜਿਹੜੇ ਵੱਧ ਰਹੇ ਕੇਸ ਆ, ਲੋਕਾਂ ਨੂੰ ਇੱਕ ਇੰਜ ਲੱਗ ਰਿਹਾ ਵੀ ਲੋਕਾਂ ਨੂੰ ਆਪਣੇ ਹਾਲ ਤੇ ਛੱਡਤਾ ਗਿਆ ਵਾ। ਇਹ ਜਿਹੜੇ ਵੱਧ ਰਹੇ ਕੇਸ ਆ, ਇਹਦਾ ਕੀ ਮੁਕਾਬਲਾ ਕਰਨ ਵਾਸਤੇ ਆਪਣਾ ਮੁਲਕ ਤਿਆਰ ਆ? ਇਹਦੇ ਤੇ ਆਪਾਂ ਅੱਜ ਗੱਲਬਾਤ ਕਰਨੀ ਆ। ਤੁਹਾਡਾ ਜਿਹੜਾ ਅਮਰੀਕਾ ਦਾ, UK ਦਾ, ਯੂਰਪ ਦਾ, ਕੈਨੇਡਾ ਦਾ ਐਕਸਪੀਰੀਅੰਸ ਹੈ, ਆਸਟ੍ਰੇਲੀਆ ਦਾ ਐਕਸਪੀਰੀਅੰਸ ਆ, ਉਹ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਸਾਡੇ ਦੋ ਨੰਬਰਸ ਨੇ ਜਿੱਥੇ ਤੁਸੀਂ ਕਾਲ ਕਰ ਸਕਦੇ ਜੇ। ਦੋਵੇਂ ਨੰਬਰਸ ਲਗਾਤਾਰ ਤੁਹਾਡੀ ਸਕਰੀਨ ਤੇ ਆ ਰਹੇ ਆ। 9165431320 ਇਹ ਅਮਰੀਕਾ ਦਾ ਨੰਬਰ ਹੈ, ਜਿਵੇਂ ਤੁਸੀਂ ਨਾਰਮਲੀ ਅਮਰੀਕਾ ਕਾਲ ਕਰਦੇ ਜੀ। ਔਰ ਦੂਸਰਾ ਨੰਬਰ ਆ 7187753585। ਮੈਂ ਸਿਚੁਏਸ਼ਨ ਬਾਰੇ ਵੀ ਤੁਹਾਨੂੰ ਜਾਣਕਾਰੀ ਦਊਂਗਾ ਕਿ ਇਸ ਵੇਲੇ ਹਾਲਾਤ ਕੀ ਬਣੇ ਹੋਏ ਆ, ਇਸ ਵੇਲੇ ਕਿੰਨੇ ਕੇਸਿਸ ਆ ਰਹੇ ਆ ਜਾਂ ਨਹੀਂ ਆ ਰਹੇ, ਉਹਦੇ ਬਾਰੇ ਵੀ ਮੈਂ ਤੁਹਾਨੂੰ ਲਗਾਤਾਰ ਜਾਣਕਾਰੀ ਜਿਹੜੀ ਆ ਦਿੰਦਾ ਰਹੂੰਗਾ। ਮੀਨਵਾਈਲ ਜਿਉਂ ਕੇਸਿਸ, ਜਿਉਂ ਕਮੈਂਟਸ ਸਾਡੇ ਫੇਸਬੁੱਕ ਪੇਜ ਦੇ ਉੱਤੇ ਆਉਣਗੇ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦਾ ਰਹੂੰਗਾ। ਇਸ ਵੇਲੇ ਕੁਝ ਸੱਜਣ ਸਾਡੇ ਨਾਲ ਆਲਰੇਡੀ ਫੇਸਬੁੱਕ ਦੇ ਉੱਪਰ ਜੁੜ ਗਏ ਆ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮੈਂ ਦੱਸ ਦੇਵਾਂ ਕਿ ਸਾਡੇ ਨਾਲ ਅਮਰਜੀਤ ਸਿੰਘ ਗਰੇਵਾਲ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਹਨਾਂ ਦੇ ਨਾਲ ਜੱਸੀ ਕੁਲਾਰ ਵੀ ਫੇਸਬੁੱਕ ਦੇ ਉੱਪਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਕਹਿ ਰਹੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਾਰਤ ਦੇ ਵਿੱਚ ਜਿਵੇਂ ਮੈਂ ਦੱਸਿਆ ਵੀ ਹੁਣ 5ਵੇਂ ਨੰਬਰ ਤੇ ਇੰਡੀਆ ਆ ਗਿਆ ਵਾ। ਟੋਟਲ ਕੇਸਿਸ ਦੀ ਗਿਣਤੀ ਜਿਹੜੀ ਆ ਉਹ ਭਾਰਤ ਦੇ ਵਿੱਚ ਕਰੀਬ ਮੈਂ ਦੱਸ ਦੇਵਾਂ ਤੁਹਾਨੂੰ ਕਿ ਭਾਰਤ ਦੇ ਵਿੱਚ ਟੋਟਲ ਕੇਸਿਸ ਦੀ ਗਿਣਤੀ ਜਿਹੜੀ ਆ ਉਹ ਆਲਮੋਸਟ 2 ਲੱਖ ਦੇ ਕਰੀਬ, 2 ਲੱਖ ਤੋਂ ਵੱਧ ਹੋ ਚੁੱਕੀ ਹੈ। ਮੈਂ ਤੁਹਾਨੂੰ ਐਗਜ਼ੈਕਟ ਫਿਗਰਸ ਹੁਣੇ ਦੱਸਦਾ ਵਾਂ। ਸਭ ਤੋਂ ਜ਼ਿਆਦਾ ਵਰਸਟ ਅਫੈਕਟਡ ਜਿਹੜੇ ਥਾਂ ਨੇ ਉਹ ਨੇ ਮਹਾਰਾਸ਼ਟਰ 90,000 ਕੇਸ, ਤਾਮਿਲਨਾਡੂ 34,000 ਕੇਸ, ਦਿੱਲੀ 31,000 ਕੇਸ। ਔਰ ਫਿਕਰ ਵਾਲੀ ਗੱਲ ਇਹ ਆ ਵੀ ਦਿੱਲੀ ਨੈਸ਼ਨਲ ਰਾਜਧਾਨੀ ਆ ਔਰ ਨੈਸ਼ਨਲ ਰਾਜਧਾਨੀ ਦੇ ਵਿੱਚ ਸ਼ੰਕਾ ਵਾ ਵੀ 31 ਜੁਲਾਈ ਤੱਕ 5.5 ਲੱਖ ਦੇ ਕਰੀਬ ਕੇਸ ਹੋ ਸਕਦੇ ਆ। ਸੋ ਸਿਚੁਏਸ਼ਨ ਕਾਫੀ ਗੰਭੀਰ ਆ।
ਹਰਜਿੰਦਰ ਸਿੰਘ ਸੰਧਾਵਾਲੀਆ ਹੁਣੇ ਕਾਲ ਕਰਨਗੇ। ਉਹ ਕਹਿ ਰਹੇ ਨੇ ਕਿ ਅਸੀਂ ਸਿਆਟਲ ਦੇ ਵਿੱਚ, ਅਮਰੀਕਾ ਦੇ ਸਿਆਟਲ ਦੇ ਵਿੱਚ ਅਸੀਂ ਬਹੁਤ ਵਧੀਆ ਕੰਮ ਕੀਤਾ। ਜ਼ਰੂਰ ਹਰਜਿੰਦਰ ਜੀ, ਮੈਂ ਚਾਹੂੰਗਾ ਕਿ ਤੁਸੀਂ ਇਹ ਗੱਲ ਸ਼ੇਅਰ ਕਰੋ ਤਾਂ ਕਿ ਅਸੀਂ ਇੰਡੀਆ ਦੇ ਵਿੱਚ ਜਿੱਥੇ ਕੇਸ ਲਗਾਤਾਰ ਹੁਣ ਵੱਧ ਰਹੇ ਆ, ਅਸੀਂ ਕੀ ਸਬਕ ਸਿਆਟਲ ਤੋਂ ਜਾਂ ਅਮਰੀਕਾ ਦੇ ਕੁਝ ਹਿੱਸਿਆਂ ਤੋਂ ਲੈ ਸਕਦੇ ਹਾਂ। ਵੈਸੇ ਤਾਂ ਅਮਰੀਕਾ ਇਸ ਵੇਲੇ ਨੰਬਰ 1 ਤੇ ਆ, ਸਭ ਤੋਂ ਜ਼ਿਆਦਾ ਕੇਸ ਅਮਰੀਕਾ ਦੇ ਹੀ ਹਨ, ਲੇਕਿਨ ਅਮਰੀਕਾ ਦੇ ਵਿੱਚ ਵੀ 3-4 ਥਾਵਾਂ ਜ਼ਿਆਦਾ ਪ੍ਰਭਾਵਿਤ ਨੇ। ਕਰਮਜੀਤ ਗਿੱਲ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਮੈਂ ਦੱਸ ਰਿਹਾ ਸੀ ਕਿ ਦਿੱਲੀ ਦੇ ਵਿੱਚ ਸ਼ੰਕਾ ਵਾ ਕਿ 5.5 ਲੱਖ ਦੇ ਕਰੀਬ ਕੇਸ 31 ਜੁਲਾਈ ਤੱਕ ਹੋ ਜਾਣਗੇ। ਦਿੱਲੀ ਦੇ ਵਿੱਚ 80,000 ਬੈੱਡ ਜਿਹੜੇ ਆ ਉਹਨਾਂ ਦੀ ਲੋੜ ਆ, ਕਿੱਥੋਂ ਆਉਣਗੇ? ਇਸ ਵੇਲੇ ਕਰੀਬ 50% ਜਿਹੜੇ 50% ਜਿਹੜੇ ਬੈੱਡਸ ਨੇ ਉਹ ਆਕੂਪਾਈਡ ਨੇ। ਬੰਬੇ ਦੇ ਵਿੱਚ ਜਿੱਥੇ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਕੇਸ ਆ, 80,000 ਤੋਂ 90,000 ਤੋਂ ਵੱਧ, ਉੱਥੇ ਆਲਮੋਸਟ ਸਾਰੇ ਬੈੱਡ ਜਿਹੜੇ ਆ ਉਹ ਲੱਗੇ ਹੋਏ ਆ। ਇਸੇ ਤਰ੍ਹਾਂ ਟੋਟਲ ਇੰਡੀਆ ਦੇ ਵਿੱਚ ਟੈਸਟਿੰਗ ਕਾਫੀ ਲੋ ਆ। 1 ਮਿਲੀਅਨ 10 ਲੱਖ ਦੇ ਪਿੱਛੇ 3500 ਲੋਕਾਂ ਦੀ ਇੰਡੀਆ ਦੇ ਵਿੱਚ ਟੈਸਟਿੰਗ ਹੋ ਰਹੀ ਆ। 553 ਗਵਰਨਮੈਂਟ ਤੇ 231 ਪ੍ਰਾਈਵੇਟ ਲੈਬਸ ਜਿਹੜੀਆਂ ਵਾ ਉਹ ਇਸ ਕੰਮ ਲਈ ਲਾਈਆਂ ਗਈਆਂ ਵਾ। ਟੋਟਲ 49 ਲੱਖ ਟੈਸਟ ਇੰਡੀਆ 'ਚ ਹੋ ਚੁੱਕੇ ਆ, ਪਰ ਬਾਕੀ ਮੁਲਕਾਂ ਦੇ ਮੁਕਾਬਲੇ 'ਚ ਬਹੁਤ ਘੱਟ ਆ। ਅਮਰੀਕਾ ਦੇ ਵਿੱਚ 2.25 ਕਰੋੜ ਦੇ ਕਰੀਬ ਟੈਸਟ ਹੋ ਚੁੱਕੇ ਆ। ਟੋਟਲ ਅਵੇਲੇਬਿਲਿਟੀ ਇਸ ਵੇਲੇ ਜਿਹੜੇ ਵੈਂਟੀਲੇਟਰ ਨੇ 22,000 ਨੇ, ਲੇਕਿਨ ਭਾਰਤ ਸਰਕਾਰ ਕਹਿ ਰਹੀ ਹੈ ਕਿ ਅਸੀਂ 60,000 ਹੋਰ ਵੈਂਟੀਲੇਟਰਸ ਦੀ ਮੰਗ ਕੀਤੀ ਹੋਈ ਆ। ਮੈਂ ਇਹ ਦੱਸਣਾ ਚਾਹੁੰਦਾ ਵੀ ਕੁਝ ਮੁਲਕ ਜਿਹੜੇ ਨੇ ਉਹ ਬਿਲਕੁਲ ਸੇਫ ਨੇ, ਉੱਥੇ ਬਹੁਤ ਘੱਟ ਕਰੋਨਾ ਵਾਇਰਸ ਦੇ ਕੇਸ ਨੇ। ਅਫਰੀਕਨ ਬਹੁਤੇ ਕੰਟਰੀਜ਼ ਜਿਹੜੇ ਉਹ ਸੇਫ ਆ। ਨਿਊਜ਼ੀਲੈਂਡ ਬਿਲਕੁਲ ਕਰੋਨਾ ਫ੍ਰੀ ਹੋ ਗਿਆ। ਆਸਟ੍ਰੇਲੀਆ ਵੀ ਬਹੁਤ ਘੱਟ ਕੇਸ ਨੇ, ਲੇਕਿਨ ਇੰਡੀਆ ਦੇ ਵਿੱਚ ਰੋਜ਼ ਦੇ ਕਰੀਬ 10,000 ਦੇ ਕਰੀਬ ਕੇਸ ਹੋ ਰਹੇ ਆ ਔਰ ਟੋਟਲ ਕੇਸ ਜਿਹੜੇ ਆ ਇੰਡੀਆ ਦੇ ਵਿੱਚ ਆਲਮੋਸਟ 2,80,000 ਦੇ ਕਰੀਬ ਕੇਸ ਹੋ ਚੁੱਕੇ। 3 ਲੱਖ ਦੇ ਨੇੜੇ ਤੇੜੇ ਕੇਸ ਜਿਹੜੇ ਆ ਉਹ ਪਹੁੰਚ ਰਹੇ ਆ। ਔਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਸੈਂਟਰ ਨੂੰ ਔਰ ਦਿੱਲੀ ਸਰਕਾਰ ਨੂੰ ਨੋਟਿਸ ਦਿੱਤਾ ਵਾ ਵੀ ਤੁਸੀਂ ਕੀ ਇੰਤਜ਼ਾਮ ਬੈੱਡਸ ਦਾ ਮਰੀਜ਼ਾਂ ਵਾਸਤੇ ਕਰ ਰਹੇ। ਮਾਈਗ੍ਰੈਂਟਸ ਹਾਲੇ ਵੀ ਸੜਕਾਂ ਦੇ ਉੱਤੇ ਨੇ ਔਰ ਸੁਪਰੀਮ ਕੋਰਟ ਨੇ ਪਰਸੋਂ ਫੈਸਲਾ ਦਿੱਤਾ ਵਾ ਕਿ ਮਾਈਗ੍ਰੈਂਟਸ ਨੂੰ 15 ਦਿਨ ਦੇ ਵਿੱਚ ਜਿੱਥੇ ਉਹ ਜਾਣਾ ਚਾਹੁੰਦੇ ਉੱਥੇ ਪਹੁੰਚਾਇਆ ਜਾ। ਦੇਖ ਲਓ ਹਾਲ ਕੀ ਆ। ਸੋ ਇੱਥੇ ਸੋਸ਼ਲ ਡਿਸਟੈਂਸਿੰਗ ਨਾਂ ਦੀ ਕੋਈ ਚੀਜ਼ ਨਹੀਂ। ਔਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਇੱਕ ਸ਼ੰਕਾ ਇਹ ਵੀ ਹੈ ਕਿ ਜਿਵੇਂ 1918 ਦਾ ਸਪੈਨਿਸ਼ ਫਲੂ ਸੀ, ਉਸੇ ਤਰ੍ਹਾਂ ਹੀ ਦੁਬਾਰਾ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਵਾ। ਉਦੋਂ 10-12 ਮਿਲੀਅਨ ਲੋਕਾਂ ਦੀ ਭਾਰਤ ਦੇ ਵਿੱਚ ਮੌਤ ਹੋ ਗਈ ਔਰ ਟੋਟਲ 5% ਪੋਪੂਲੇਸ਼ਨ ਜਿਹੜੀ ਸੀ ਉਹ ਇੰਡੀਆ ਦੀ ਖਤਮ ਹੋ ਗਈ। ਤਾਰਾ ਸੁੰਦਰ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਤਾਰਾ ਸੁੰਦਰ ਨਾਰਵੇ ਤੋਂ ਨੇ ਔਰ ਮੈਂ ਚਾਹੂੰਗਾ ਕਿ ਉਹ ਵੀ ਆਪਣੀ ਐਕਸਪੀਰੀਅੰਸ ਜ਼ਰੂਰ ਕਾਲ ਕਰਕੇ ਦੱਸਣ। ਮਨਮੋਹਨ ਸਿੰਘ ਬਮਰਾ, ਬਲ ਧਾਲੀਵਾਲ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ। ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਮੁਲਕਾਂ ਦੇ ਐਕਸਪੀਰੀਅੰਸ ਜਿਹੜਾ ਵਾ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਕਰੋਨਾ ਵਾਇਰਸ ਇੱਕ ਪੈਂਡੇਮਿਕ ਆ ਅਕ੍ਰੋਸ ਬਾਰਡਰਸ। ਇਹ ਐਪੀਡੈਮਿਕ ਹੀ ਸਿਰਫ ਨਹੀਂ, ਇਹ ਪੈਂਡੇਮਿਕ ਸ਼ੇਪ ਲੈ ਚੁੱਕੀ ਆ। ਬਾਰਡਰਸ ਦੇ ਕ੍ਰਾਸ ਵੀ ਇਹ ਮਾਰ ਇਸ ਵੇਲੇ ਜ਼ਬਰਦਸਤ ਕਰ ਰਹੀ ਆ। ਸੋ ਇਸ ਵੇਲੇ ਭਾਰਤ ਦੇ ਵਿੱਚ ਲਗਾਤਾਰ ਕੇਸ ਵੱਧ ਰਹੇ ਆ, ਆਲਮੋਸਟ 10,000 ਕੇਸ ਰੋਜ਼ ਦਾ, ਔਰ ਇਹਦੇ ਨਾਲ 3.25 ਲੱਖ ਤੋਂ ਵੱਧ ਕੇਸ ਭਾਰਤ ਦੇ ਵਿੱਚ ਹੋ ਗਏ ਆ। ਔਰ ਐਗਜ਼ੈਕਟ ਫਿਗਰ ਮੈਂ 2,80,000 ਤੋਂ ਵੱਧ ਨੇ, ਮੈਨੂੰ ਐਗਜ਼ੈਕਟ ਫਿਗਰ ਇਸ ਵੇਲੇ ਨਹੀਂ ਮਿਲ ਰਹੀ, ਲੇਕਿਨ 3.25 ਲੱਖ ਸ਼ਰੀਬ ਅਗਲੇ ਮੇਰੇ ਖਿਆਲ 1-2 ਦਿਨਾਂ ਦੇ ਵਿੱਚ 3 ਲੱਖ ਦੇ ਕਰੀਬ ਕੇਸ ਹੋ ਜਾਣਗੇ। ਸੋ 5ਵੇਂ ਨੰਬਰ ਤੇ ਇੰਡੀਆ ਇਸ ਵੇਲੇ ਆ ਰਿਹਾ ਵਾ। ਅਮਰੀਕਾ ਨੰਬਰ 1, ਬ੍ਰਾਜ਼ੀਲ ਨੰਬਰ 2, ਰਸ਼ੀਆ ਨੰਬਰ 3 ਔਰ UK ਨੰਬਰ 4 ਤੇ ਇੰਡੀਆ 5ਵੇਂ ਨੰਬਰ ਤੇ। ਸੋ ਇਹ ਕਾਫੀ ਸਥਿਤੀ ਗੰਭੀਰ ਬਣੀ ਹੋਈ ਆ। DS ਬਿੱਲਾ ਮਨਿਆਣੀ ਵੀ ਇਸ ਵੇਲੇ ਸਾਡੇ ਨਾਲ ਜੁੜ ਗਏ ਨੇ। ਸਾਧੂ ਸਿੰਘ ਸੰਧੂ ਕਹਿ ਰਹੇ ਨੇ ਇਹ ਤਾਂ ਆਦਮੀ ਦੀ ਇਮਿਊਨਿਟੀ ਨੇ ਹੀ ਕੰਮ ਕਰਨਾ ਹੈ, ਹਸਪਤਾਲ ਤਾਂ ਇੱਕ ਰਿਲੀਫ ਦਾ ਹੀ ਕੰਮ ਕਰਦੇ ਨੇ। ਸੋ ਲੋਕਾਂ ਨੂੰ ਆਪ ਇਹਤਿਆਤ ਵਰਤਣੇ ਪੈਣਗੇ, ਆਪ ਪ੍ਰੀਕਾਸ਼ਨਸ ਲੈਣੇ ਪੈਣਗੇ। ਪਰ ਸਾਡੇ ਕਿਉਂਕਿ ਇੱਥੇ ਪੜ੍ਹੇ ਲਿਖੇ ਲੋਕ ਘੱਟ ਨੇ, ਗੱਲ ਛੇਤੀ ਸਮਝਦੇ ਨਹੀਂ। ਸੋ ਇਹ ਬੜੀ ਗੰਭੀਰ ਸਿਚੁਏਸ਼ਨ ਬਣੀ ਹੋਈ ਆ, ਕਿਉਂਕਿ ਸਾਡੇ ਇੱਥੇ ਲੋਕੀ ਨਾ ਫਿਜ਼ੀਕਲ ਡਿਸਟੈਂਸਿੰਗ ਕਰਦੇ ਆ, ਸੋਸ਼ਲ ਡਿਸਟੈਂਸਿੰਗ ਕਰਦੇ, ਨਾ ਮਾਸਕ ਹੀ। ਮੈਂ ਰੋਜ਼ ਕਰੀਬ 8-10 ਲੋਕਾਂ ਦੇ ਨਾਲ ਮੈਨੂੰ ਲੜਨਾ ਪੈਂਦਾ ਵਾ ਵੀ ਤੁਸੀਂ ਮਾਸਕ ਕਿਉਂ ਨਹੀਂ ਪਾਉਂਦੇ, ਔਰ ਬਹੁਤ ਲੋਕੀ ਬਿਨਾਂ ਮਾਸਕ ਦੇ ਤੁਰੇ ਫਿਰਦੇ ਆ। ਔਰ ਇਹ ਬੜੀ ਅਫਸੋਸ ਦੀ ਗੱਲ ਹੈ, ਕਿਉਂਕਿ ਇਹਤਿਆਤ ਜੇ ਤੁਸੀਂ ਨਹੀਂ ਵਰਤੋਗੇ ਤੇ ਤੁਹਾਡਾ ਆਪਣਾ ਨੁਕਸਾਨ ਹੀ ਹੋਵੇਗਾ। ਤੁਸੀਂ ਸਾਡੇ ਨਾਲ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਜੇ, ਔਰ ਨਾਲ ਕਾਲ ਕਰਨ ਤੋਂ ਇਲਾਵਾ ਤੁਸੀਂ ਫੇਸਬੁੱਕ ਦੇ ਉੱਪਰ ਵੀ ਆ ਕੇ ਆਪਣੇ ਕਮੈਂਟਸ ਦੇ ਸਕਦੇ ਜੇ। ਫੇਸਬੁੱਕ ਤੁਸੀਂ ਬਾਜ਼ TV ਜਾਂ
ਗਰਵ ਪੰਜਾਬ ਦੇ ਫੇਸਬੁੱਕ ਪੇਜ ਤੇ ਸਾਡੇ ਨਾਲ ਤੁਸੀਂ ਜੁੜ ਸਕਦੇ ਜੀ। ਜਿਹੜੇ ਸਾਡੇ ਦੋ ਨੰਬਰਸ ਨੇ ਜਿੱਥੇ ਕਾਲ ਕਰ ਸਕਦੇ ਜੀ, ਉਹ ਨੇ 9165431320 ਔਰ 7187753585। ਮੈਂ ਫਿਰ ਦੱਸ ਦੇਵਾਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਮਹਾਮਾਰੀ ਦੀ, ਕਿ ਜਿਵੇਂ ਕੇਸਿਸ ਭਾਰਤ 'ਚ ਵੱਧ ਰਿਹਾ, ਕੀ ਸਾਡੀ ਤਿਆਰੀ ਹੈ, ਕੀ ਇਹਨਾਂ ਵੱਧ ਰਹੇ ਕੇਸਿਸ ਦਾ ਮੁਕਾਬਲਾ ਕਰਨ ਵਾਸਤੇ ਸਾਡੀ ਸਮਰੱਥਾ ਹੈ, ਸਾਡੇ ਕੋਲ ਇਨਫਰਾਸਟ੍ਰਕਚਰ ਹੈ, ਸਾਡੇ ਕੋਲ ਬੈੱਡਸ ਹਨ, ਸਾਡੇ ਕੋਲ ਵੈਂਟੀਲੇਟਰਸ ਹਨ, ਸਾਡੇ ਕੋਲ ਇੱਛਾ ਸ਼ਕਤੀ ਹੈ। ਇਹਦੇ ਤੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ। ਔਰ ਹੈਰਾਨੀ ਦੀ ਗੱਲ ਹੈ ਵੀ ਜਿਹੜੇ ਮੁਲਕਾਂ ਤੋਂ ਇਹ ਸਭ ਕੰਮ ਸ਼ੁਰੂ ਹੋਇਆ ਸੀ, ਖਾਸ ਕਰਕੇ ਚੀਨ ਤੋਂ, ਔਰ ਜਿਹੜੇ ਮੁਲਕ ਪਹਿਲਾਂ ਪ੍ਰਭਾਵਿਤ ਸਨ, ਇਟਲੀ ਔਰ ਸਪੇਨ, ਉਹਨਾਂ ਨਾਲੋਂ ਹੁਣ ਇੰਡੀਆ ਦੀ ਗਿਣਤੀ ਜਿਹੜੀ ਆ ਉਹ ਕਿਤੇ ਵੱਧ ਗਈ ਆ। ਮੈਂ ਜਿਵੇਂ ਦੱਸ ਰਿਹਾ ਸੀ ਵੀ ਸ਼ੰਕਾ ਇਹ ਆ ਕਿ 1918 ਦਾ ਸਪੈਨਿਸ਼ ਫਲੂ ਨਾ ਰਿਪੀਟ ਹੋ ਜੇ। ਸਪੈਨਿਸ਼ ਫਲੂ ਕਹਿੰਦੇ ਉਹਨੂੰ ਸਪੈਨਿਸ਼ ਫਲੂ ਆ, ਲੇਕਿਨ ਉਹ ਸਪੇਨ ਤੋਂ ਨਹੀਂ ਸੀ ਸ਼ੁਰੂ ਹੋਇਆ। ਸਪੇਨ ਦੇ ਵਿੱਚ ਕੇਸਿਸ ਬਹੁਤ ਜ਼ਿਆਦਾ, ਕਿਉਂਕਿ ਉੱਥੇ ਰਿਪੋਰਟਿੰਗ ਜ਼ਿਆਦਾ ਸੀ, ਸਾਰੀ ਦੁਨੀਆ ਪ੍ਰਭਾਵਿਤ ਸੀ ਉਸ ਵੇਲੇ, ਅਲਾਸਕਾ ਵਰਗੇ ਥਾਂ ਵੀ ਪ੍ਰਭਾਵਿਤ ਸਨ। ਔਰ ਉਸ 1918 ਦੇ ਫਲੂ ਦੇ ਵਿੱਚ 500 ਮਿਲੀਅਨ ਲੋਕ ਇਫੈਕਟ ਹੋਏ ਔਰ ਉਹਦੇ ਚੋਂ ਕਰੀਬ 20 ਮਿਲੀਅਨ ਲੋਕੀ ਮਾਰੇ ਗਏ, ਮੌਤ ਦੇ ਘਾਟ ਉਤਰ ਗਏ। ਔਰ ਇਹਦੇ ਚੋਂ ਅੱਧੇ ਕਰੀਬ ਇੰਡੀਆ ਦੇ ਵਿੱਚ ਨੁਕਸਾਨ ਹੋਇਆ। ਇੰਡੀਆ 'ਚ ਬਹੁਤ ਵੱਡਾ ਨੁਕਸਾਨ ਹੋਇਆ ਸੀ 1918 ਸਪੈਨਿਸ਼ ਫਲੂ ਦਾ। ਔਰ ਟੋਟਲ ਇੰਡੀਆ ਦੀ 5 ਤੋਂ 6% ਦੀ ਜਿਹੜੀ ਪੋਪੂਲੇਸ਼ਨ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਖਤਮ ਹੋ ਗਈ ਸੀ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਫੇਸਬੁੱਕ ਦੇ ਉੱਪਰ ਕਿ ਕੁਆਰੰਟਾਈਨ ਰੂਲਸ ਜਿਹੜੇ ਨੇ ਇਹ ਸਖਤੀ ਨਾਲ ਇਨਫੋਰਸ ਕਰਨੇ ਚਾਹੀਦੇ ਆ। ਬਿਲਕੁਲ ਜੀ, ਪਰ ਉਹ ਸਖਤੀ ਦੀ ਟ੍ਰੇਨਿੰਗ ਹੈ ਨਹੀਂ ਗੀ। ਜਦੋਂ ਪੁਲਿਸ ਸਖਤੀ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੀ ਸਖਤੀ ਕਰਦੀ ਆ। ਉਹ ਫਿਰ ਡੰਡਾ ਚਲਾਉਂਦੀ ਆ, ਲੋਕਾਂ ਨੂੰ ਕੁੱਟ ਮਾਰਦੀ ਆ, ਔਰ ਉਹਦੇ ਕਰਕੇ ਹੋਰ ਵੀ ਗੁੱਸਾ ਪੁਲਿਸ ਦੇ ਖਿਲਾਫ ਹੁੰਦਾ ਵਾ। ਸੋ ਕਰਨਾ ਤਾਂ ਚਾਹੀਦਾ ਵਾ ਕੁਆਰੰਟਾਈਨ, ਲੋਕੀ ਆਪਣੇ ਆਪ ਮੰਨਦੇ ਨਹੀਂ। ਹੁਣ ਇਸ ਵੇਲੇ ਜੇ ਕੋਈ ਦਿੱਲੀ ਤੋਂ ਚੰਡੀਗੜ੍ਹ ਜਾਂ ਦੂਜੇ ਰਾਜ ਤੋਂ ਪੰਜਾਬ 'ਚ ਕੋਈ ਆਵੇ ਤੇ ਉਹਨੂੰ 14 ਦਿਨ ਆਪਣੇ ਘਰ ਰਹਿਣਾ ਹੁੰਦਾ। ਪਰ ਮੈਨੂੰ ਪਤਾ ਵਾ ਬਹੁਤ ਸਾਰੇ ਲੋਕ ਦਿੱਲੀੋਂ ਆਉਂਦੇ, ਅੱਜ ਸਵੇਰੇ ਆਏ, ਸ਼ਾਮੀ ਵਾਪਸ ਚਲੇ ਗਏ ਜਾਂ 2 ਦਿਨ ਰਹਿ ਕੇ ਚਲੇ ਗਏ। ਇਸੇ ਤਰ੍ਹਾਂ ਹੀ ਚੰਡੀਗੜ੍ਹੋਂ ਲੋਕੀ ਬਾਹਰ ਜਾਂਦੇ ਆ ਦੂਜੇ ਸਟੇਟਾਂ 'ਚ ਔਰ ਉਸੇ ਦਿਨ ਵਾਪਸ ਆ ਜਾਂਦੇ ਆ। ਸੋ ਕੁਆਰੰਟਾਈਨ ਜਿਹੜਾ ਵਾ ਉਹ ਨਾਨ ਐਗਜ਼ਿਸਟੈਂਟ ਹੋਇਆ ਪਿਆ। ਅਮਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਕਰਨੀ ਪਊਗੀ, 5-6 ਫੁੱਟ ਦਾ ਫਾਸਲਾ ਜ਼ਰੂਰ ਰੱਖਣਾ ਪਊਗਾ, ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਐਜੂਕੇਟ ਕਰਨਾ ਪਊਗਾ, ਸਿੱਖਿਆ ਕਰਨਾ ਪਊਗਾ। ਔਰ ਜੇ ਆਪਾਂ ਆਪਣੀ ਰੱਖਿਆ ਨਹੀਂ ਕਰਾਂਗੇ, ਸੁਰੱਖਿਆ ਨਹੀਂ ਕਰਾਂਗੇ, ਤੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਾਂ ਸਿਆਸੀ ਲੀਡਰ ਨੇ ਜਾਂ ਸੋਸ਼ਲ ਮੀਡੀਆ ਵਾ ਉਹ ਤੁਹਾਡੀ ਸੁਰੱਖਿਆ ਨਹੀਂ ਕਰ ਸਕਦਾ। ਨਿਸ਼ਾਨ ਢਿੱਲੋਂ ਕੈਨੇਡਾ ਤੋਂ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਸਾਰਿਆਂ ਨੂੰ। ਨਿਸ਼ਾਨ ਢਿੱਲੋਂ ਜੀ, ਮੈਂ ਵੀ ਤੁਹਾਡੇ ਚਾਹੂੰਗਾ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਾਲ ਕਰਕੇ ਦੱਸੋ ਕਿ ਤੁਹਾਡਾ ਇਹਨਾਂ ਮਸਲਿਆਂ ਬਾਰੇ, ਕਿ ਭਾਰਤ ਨੂੰ ਹੋਰ ਮਹਾਮਾਰੀ ਦਾ ਮੁਕਾਬਲਾ ਕਰਨ ਵਾਸਤੇ ਕੀ ਕਰਨ ਦੀ ਲੋੜ ਆ। ਆਪਣੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਮੈਂ ਚਾਹੁੰਦਾ ਵਾਂ ਕਿ ਇਹ ਮਸਲਾ ਕਿਉਂਕਿ ਬਹੁਤ ਗੰਭੀਰ ਹੈ, ਬੜੇ ਦਿਨਾਂ ਬਾਅਦ ਆਪਾਂ ਇਹ ਮਸਲੇ ਦੇ ਉੱਤੇ ਵਿਚਾਰ ਚਰਚਾ ਅੱਜ ਕੀਤੀ ਆ। ਔਰ ਇਹ ਚਰਚਾ ਵੀ ਇਸ ਕਰਕੇ ਕਰਨੀ ਪਈ ਵੀ ਲਗਾਤਾਰ ਕੇਸਿਸ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਆ ਕਿ ਵੱਧ ਰਿਹਾ। 10,000 ਦੇ ਕਰੀਬ ਰੋਜ਼ ਕੇਸ ਵੱਧ ਰਿਹਾ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਕੇਸ ਜਿਹੜੇ ਨੇ ਉਹ ਜ਼ਿਆਦਾ ਵੱਧ ਰਹੇ ਆ। ਮੈਂ ਫਿਰ ਦੱਸ ਦੇਵਾਂ ਕਿ ਵੱਧ ਰਹੇ ਕੇਸਿਸ ਦਾ ਮੁਕਾਬਲਾ ਕਰਨ ਵਾਸਤੇ ਕੀ ਭਾਰਤ, ਕੀ ਪੰਜਾਬ ਦੀ, ਆਪਣੀਆਂ ਰਾਜਾਂ ਦੀ ਤਿਆਰੀ ਹੈ। 3 ਸਟੇਟਸ ਬਹੁਤ ਜ਼ਿਆਦਾ ਪ੍ਰਭਾਵਿਤ ਨੇ, ਮਹਾਰਾਸ਼ਟਰ, ਦਿੱਲੀ ਔਰ ਤਾਮਿਲਨਾਡੂ। ਦਿੱਲੀ ਦੀ ਫਿਕਰ ਦੀ ਇਹ ਵੀ ਗੱਲ ਹੈ, ਹਾਲੀ ਦਿੱਲੀ ਦੇ ਵਿੱਚ ਬੈੱਡਸ ਦੀ ਕਪੈਸਿਟੀ 50% ਹੀ ਭਰੀ ਗਈ ਆ, ਬੈੱਡਸ ਅਵੇਲੇਬਲ ਨੇ। ਟੈਸਟਿੰਗ ਵੀ ਦਿੱਲੀ ਦੇ ਵਿੱਚ ਬਾਕੀ ਥਾਵਾਂ ਨੂੰ ਕਿਤੇ ਜ਼ਿਆਦਾ ਵਾ, ਮਹਾਰਾਸ਼ਟਰ ਨੂੰ ਵੀ ਕਿਤੇ ਜ਼ਿਆਦਾ ਵਾ। ਜੇ ਮੁਲਕ ਦੇ ਵਿੱਚ ਐਵਰੇਜ ਟੈਸਟਿੰਗ ਹੈਗੀ ਆ 10 ਲੱਖ ਪਿੱਛੇ 3500, ਤੇ ਦਿੱਲੀ ਦੇ ਵਿੱਚ ਆਲਮੋਸਟ 12-13 ਹਜ਼ਾਰ ਦੀ ਰੋਜ਼ ਦੀ ਟੈਸਟਿੰਗ ਹੈ। ਸੋ ਦਿੱਲੀ ਦੇ ਵਿੱਚ ਟੈਸਟਿੰਗ ਰੇਟ ਕਾਫੀ ਜ਼ਿਆਦਾ ਵਾ, ਲੇਕਿਨ ਫਿਰ ਵੀ ਕਿਉਂਕਿ ਨੈਸ਼ਨਲ ਕੈਪੀਟਲ ਆ, ਇਹ ਉੱਥੇ ਫਿਕਰ ਦੀ ਗੱਲ ਆ ਵੀ ਜਿਸ ਤਰ੍ਹਾਂ ਦੇ ਕੇਸ ਵੱਧ ਰਹੇ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ, ਕਿਉਂਕਿ ਇਹ ਜੇ ਕੇਸ ਵਧਣੇ ਆ ਦਿੱਲੀ ਦੇ ਵਿੱਚ, ਕਹਿ ਰਹੇ ਨੇ ਕਿ 5.5 ਲੱਖ ਕੇਸ ਹੋ ਜਾਣਗੇ ਅਗਲੇ ਮਹੀਨੇ ਤੱਕ। ਸੋ 5.5 ਲੱਖ ਦਾ ਮਤਲਬ ਹੈ ਕਿ 80,000 ਬੈੱਡ ਦੀ ਲੋੜ ਪਵੇਗੀ। ਕਿ 80,000 ਬੈੱਡ ਅਸੀਂ ਕ੍ਰੀਏਟ ਕਰ ਸਕਾਂਗੇ, ਇਹ ਵਾਕਈ ਹੈ। ਔਰ 80,000 ਬੈੱਡਸ ਦੇ ਨਾਲ ਨਾਲ ਬਹੁਤ ਸਾਰੇ ਹੋਰ ਵੈਂਟੀਲੇਟਰਸ ਦੀ ਵੀ ਲੋੜ ਆ। 60,000 ਵੈਂਟੀਲੇਟਰਸ ਇੰਡੀਆ ਨੇ ਹੋਰ ਮੰਗੇ ਹੋਏ ਆ, ਹੋਰ ਉਹਦੀ ਡਿਮਾਂਡ ਪਾਈ ਹੋਈ ਆ, ਪਰ ਉਹ ਕਦੋਂ ਤੱਕ ਆਉਣਗੇ ਇਹ ਵੀ ਹਾਲੀ ਸਮਾਂ ਹੀ ਦੱਸੂਗਾ। ਸਾਡੇ ਕੋਲ ਕਰੀਬ 12-13 ਕਮੈਂਟਸ ਇਸ ਵੇਲੇ ਫੇਸਬੁੱਕ ਤੇ ਜ਼ਰੂਰ ਆਏ ਆ, ਔਰ ਉਹ ਸਾਰੇ ਇਹੋ ਹੀ ਕਹਿ ਰਹੇ ਨੇ ਕਿ ਲੋਕਾਂ ਨੂੰ ਆਪਣਾ ਇਹਤਿਆਤ ਆਪ ਹੀ ਕਰਨਾ ਪਵੇਗਾ। ਇਹ ਮਸਲਾ ਆਪਾਂ ਇਸੇ ਤਰ੍ਹਾਂ ਹੀ ਵਿਚਾਰਦੇ ਰਵਾਂਗੇ। ਮੈਂ ਹੁਣ ਛੋਟੀ ਜਿਹੀ ਇੱਕ ਬ੍ਰੇਕ ਲੈ ਰਿਹਾ ਵਾਂ। ਬ੍ਰੇਕ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਹੀ
ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਜਿਹੜੇ ਵੱਧ ਰਹੇ ਕੇਸ ਨੇ ਇਹਨਾਂ ਤੇ ਠੱਲ ਪਾਉਣ ਵਾਸਤੇ, ਇਹਨਾਂ ਨਾਲ ਨਜਿੱਠਣ ਵਾਸਤੇ, ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਹੋਰ ਕੀ ਕਰਨ ਦੀ ਲੋੜ ਆ। ਬਾਕੀ ਫੇਸਬੁੱਕ ਤੇ ਕਮੈਂਟ ਵੀ ਮੈਂ ਸਾਂਝੇ ਕਰੂੰਗਾ, ਜੇ ਕਾਲਸ ਤੁਹਾਡੀਆਂ ਆਈਆਂ ਤੇ ਤੁਹਾਡੀਆਂ ਕਾਲਸ ਵੀ ਦੂਜਿਆਂ ਨਾਲ ਸਾਂਝੇ ਕਰੂੰਗਾ। ਪਰ ਇਹ ਸਭ ਕੁਝ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by PrimeLink Express, a Gurmeet Mali, Union Truck Stop, Bakersfield, Sukhi Kuman, कैलिफोर्निया तो साउथ ईस्टर्न तक, जॉर्जिया, फ्लोरिडा, अलाबामा, मिसिसिपी, लुजियाना, टैक्सस सूबे तक सुरक्षित प्रोड्यूस ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ, ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206. For more information, call Gurmeet Malli. ਆਨਲਾਈਨ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਜੋ ਕਿ ਪੰਜਾਬੀ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ YouTube ਚੈਨਲ ਤੇ ਵੀਡੀਓਜ਼ ਰਾਹੀਂ ਹੋਵੇਗਾ। ਤੁਸੀਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ। ਕੋਈ ਐਂਟਰੀ ਫੀਸ ਨਹੀਂ, ਹਰ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਤੁਸੀਂ ਵੀ ਆਪਣੀ ਵੀਡੀਓ ਬਣਾ ਕੇ WhatsApp ਨੰਬਰ +1 916 516 0571 ਤੇ ਭੇਜੋ। ਵੀਡੀਓ ਭੇਜਣ ਦੀ ਆਖਰੀ ਤਾਰੀਖ 15 ਜੂਨ ਹੈ। ਨਤੀਜਾ 31 ਜੁਲਾਈ ਨੂੰ ਆਵੇਗਾ ਅਤੇ ਜੇਤੂਆਂ ਨੂੰ ਕ੍ਰਮਵਾਰ ਪਹਿਲੇ ਨੂੰ $500, ਦੂਜਾ $400, ਤੀਜਾ $300, ਚੌਥਾ $200 ਅਤੇ ਪੰਜਵਾਂ $100 ਇਨਾਮ ਹੋਵੇਗਾ। ਇਨਾਮ US ਡਾਲਰ ਦੀ ਵੈਲਿਊ ਦੇ ਹੀ ਹੋਣਗੇ। ਨਿਯਮਾਂ ਜਾਂ ਫਿਰ ਹੋਰ ਜਾਣਕਾਰੀ ਲਈ ਪੰਜਾਬ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨ ਦੇ ਫੇਸਬੁੱਕ ਤੋਂ ਲੈ ਸਕਦੇ ਹੋ ਜਾਂ ਤੁਸੀਂ ਟੋਲ ਫ੍ਰੀ ਨੰਬਰ 1800 675 6162 ਤੇ ਸੰਪਰਕ ਕਰ ਸਕਦੇ ਹੋ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। हक अपना जालिमों से वडेरों से छीन लो, उठो हसीन सुबह अंधेरों से छीन लो। नाज़रीन, दुनिया की 8 अरब आबादी किसी न किसी मजहबी अकीदा, फिरका या ग्रुप से ताल्लुक रखती है, जो उसका बुनियादी हक है। दुनिया के पेशतर ममालिक में आज मजहबी इंतहा पसंदी, दहशतगर्दी, जनूनियत और फरूनियत की वजह से ऐसे वाक़यात पेश आ रहे हैं जिसमें मजहबी इबादत गाहों पर हमले, मजहबी किताबों की बेहुरमती और इंसानों का कत्ले आम किया जा रहा है। नाज़रीन, बैनुल-अक़वामी मुआहिदा इंटरनेशनल कवेनेंट फॉर सिविल एंड पॉलिटिकल राइट्स, जिसको 172 ममालिक ने रेक्टिफाई किया है कि आर्टिकल 18 के तहत कोई रियासत, कोई हुकूमत, कोई गिरोह मजहब की बुनियाद पे आपसे इम्तियाजी सलूक नहीं रख सकता। आपकी मजहबी आज़ादी के लिए, रवादारी और अमन के फ़रोग के लिए हम बनेंगे आपकी आवाज़, हम दिखाएंगे आपके हालात, हम सुनेंगे आपके ख्यालात, सराहेंगे आपके इक़दामात। जल्द लेकर आ रहे हैं आपके लिए अहम प्रोग्राम मजहबी आज़ादी सबके लिए, परवेज रफीक के साथ, सिर्फ और सिर्फ बास टीवी पर। देखते रहिए। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊਯਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊਯਰਸੀ 08830 ਅਤੇ ਕਾਲ ਕਰੋ 201 259
92 ਤੇ ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। more information ਜੈਸੀ ਸਿੰਘ and ਸਾਜਿਦ ਤਰਾਰ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। more information ਜੈਸੀ ਸਿੰਘ and ਸਾਜਿਦ ਤਰਾਰ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। P&J Fuel Wholesaler of gasoline and diesel. We offer retail and wholesale, branded and unbranded fuel.
serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ, ਹੈੱਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206. For more information, call Gurmeet Malli. 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। 661 304 7500, 661 885 88। This program is sponsored by Prime Link Express, Gurmeet Malli, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਮਹਾਮਾਰੀ ਦੀ। ਕੇਸਿਸ ਭਾਰਤ 'ਚ ਕਿਉਂ ਵੱਧ ਰਹੇ ਆ ਔਰ ਜਿਹੜੇ ਵੱਧ ਰਹੇ ਕੇਸਿਸ ਆ ਇਹਦਾ ਮੁਕਾਬਲਾ ਕਰਨ ਵਾਸਤੇ ਕੀ ਸਾਡਾ ਮੁਲਕ, ਕੀ ਪੰਜਾਬ ਤਿਆਰ ਆ, ਇਹਦੇ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਕੁਝ ਕਮੈਂਟ ਸਾਡੇ ਫੇਸਬੁੱਕ ਦੇ ਉੱਪਰ ਵੀ ਆਏ ਆ। ਨਿਸ਼ਾਨ ਢਿੱਲੋਂ ਕਹਿ ਰਹੇ ਨੇ ਕਿ ਕਰੋਨਾ ਵਾਇਰਸ ਬਿਮਾਰੀ ਦੇ ਮਰੀਜ਼ ਭਾਰਤ ਵਿੱਚ ਦਿਨ ਬ ਦਿਨ ਵੱਧ ਰਹੇ ਨੇ। ਇਹ ਅਜੋਕੀ ਰਾਜ ਸਰਕਾਰ ਅਤੇ ਭਾਰਤ ਸਰਕਾਰ ਦੀ ਸਫਲਤਾ ਵਾ। ਸਰਕਾਰ ਪੁਖਤਾ ਪ੍ਰਬੰਧ ਕਰਨ ਵਿੱਚ ਨਾਕਾਮ ਸਿੱਧ ਹੋਈ ਆ। ਪੁਲਿਸ ਦਾ ਵਤੀਰਾ ਬਿਲਕੁਲ ਗਲਤ ਹੈ। ਇੱਧਰ ਕੈਨੇਡਾ ਵਿੱਚ ਖਾਸ ਕਰਕੇ ਇਸ ਤੋਂ ਉਲਟਾ ਹੈ। ਸੋ ਇਹ ਨਿਸ਼ਾਨ ਢਿੱਲੋਂ ਉਹਨਾਂ ਦਾ ਕੈਨੇਡਾ ਤੋਂ ਕਮੈਂਟ ਆ। ਮੀਨਵਾਈਲ ਨਰਿੰਦਰ ਤੂਰ ਵੀ ਸਾਡੇ ਨਾਲ ਜੁੜ ਗਏ ਨੇ ਔਰ ਤਾਰਾ ਸੁੰਦਰ ਨਾਰਵੇ ਤੋਂ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ। ਸ਼ਾਇਦ ਉਹਨੂੰ ਕੋਈ ਦਿੱਕਤ ਆ ਰਹੀ ਆ। ਮੇਰੇ ਖਿਆਲ ਤਾਰਾ ਸੁੰਦਰ ਜੀ ਕੋਸ਼ਿਸ਼ ਕਰਦੇ ਰਹੋ, ਸ਼ਾਇਦ ਤੁਹਾਨੂੰ ਕਾਲ ਜਿਹੜੀ ਆ ਉਹ ਜ਼ਰੂਰ ਮਿਲ ਜਾਵੇਗੀ। ਸਮੀਪ ਸਿੰਘ ਹੁਣਾਂ ਦਾ ਵੀ ਕਮੈਂਟ ਆ ਔਰ ਨਾਲ ਨਾਲ ਰਵਿੰਦਰ ਸਿੰਘ ਸੋਢੀ ਹੁਣਾਂ ਦਾ ਵੀ ਕਮੈਂਟ ਹੈ। ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਰੋਨਾ ਵਾਇਰਸ ਜ਼ੋਰਾਂ 'ਤੇ ਹੈ ਪਰ ਬੀਜੇਪੀ ਨੂੰ ਰੈਲੀਆਂ, ਚੋਣ ਰੈਲੀਆਂ ਦਾ ਜ਼ਿਆਦਾ ਫਿਕਰ ਹੈ। ਸੁਪਰੀਮ ਕੋਰਟ ਆਪਣੇ ਤੌਰ 'ਤੇ ਕੁਝ ਨਹੀਂ ਕਰ ਸਕਦੀ। ਇਹ ਰਵਿੰਦਰ ਸਿੰਘ ਸੋਢੀ ਦਾ ਵਿਚਾਰ ਹੈ। ਅਮਰੀਕ ਦੋਸਾਂਝ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਮਿਹਰਬਾਨੀ ਜੀ। ਸਮੀਪ ਸਿੰਘ ਜਿਨ੍ਹਾਂ ਦੀ ਸਪੈਸ਼ਲਿਟੀ ਆ ਏਅਰਲਾਈਨਸ ਦੀ ਔਰ ਹਵਾਈ ਅੱਡਿਆਂ ਦੀ, ਉਹਨਾਂ ਨੇ ਦੱਸਿਆ ਵਾ ਔਰ ਬਹੁਤ ਵਧੀਆ ਉਹਨਾਂ ਦਾ ਕਮੈਂਟ ਹੈ। ਉਹਨਾਂ ਨੇ ਦੱਸਿਆ ਵਾ ਕਿ ਜਿਹੜੇ ਕੇਸਿਸ ਮਰੀਜ਼ਾਂ ਦੇ ਨਾਲ ਨਜਿੱਠਦੇ ਰਹੇ ਆ, ਉਹਨਾਂ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤ ਸਰਕਾਰ ਔਰ ਪੰਜਾਬ ਸਰਕਾਰ। ਲੇਕਿਨ ਵੱਡੀ ਦਿੱਕਤ ਜਿਹੜੀ ਆਉਣ ਵਾਲੀ ਆ ਉਹ ਉਦੋਂ ਆਵੇਗੀ ਜਦੋਂ ਗਲਫ ਤੋਂ ਸਾਡੇ ਜਿਹੜੇ ਪੰਜਾਬੀ ਵਰਕਰ ਜੋ ਉੱਥੇ ਗਏ ਆ ਕੰਮ ਕਰਨ ਵਾਸਤੇ, ਉਹ ਜਦੋਂ ਵਾਪਸ ਆਉਣਗੇ ਔਰ ਇਹ ਦੁਬਾਰਾ ਵਿਚਾਰੇ ਕੋਸ਼ਿਸ਼ ਕਰ ਰਹੇ ਆ ਵਾਪਸ ਆਉਣ ਦੀ। ਗਲਫ ਕੰਟਰੀਜ਼ ਤੋਂ ਇੰਡੀਆ ਨੂੰ ਜਿਹੜੀਆਂ ਫਲਾਈਟਸ ਆ ਰਹੀਆਂ ਉਹ ਜ਼ਿਆਦਾ ਸਾਊਥ ਦੇ ਵਿੱਚ ਆ ਰਹੀਆਂ ਵਾ। ਕੇਰਲਾ ਐਸੋਸੀਏਸ਼ਨ ਨੇ ਬਹੁਤ ਪ੍ਰਬੰਧ ਕੀਤੇ ਫਲਾਈਟਾਂ ਦੇ, ਲੇਕਿਨ ਪੰਜਾਬ ਸਰਕਾਰ ਨੇ ਇਹਦੇ 'ਤੇ ਕੁਛ ਨਹੀਂ ਕੀਤਾ ਔਰ ਉਹ ਗੁਜ਼ਾਰਿਸ਼ ਕਰ ਰਹੇ ਆ ਕਿ ਪੰਜਾਬ ਸਰਕਾਰ ਨੂੰ ਕੋਸ਼ਿਸ਼ ਕਰਕੇ ਜਿਹੜੇ ਗਲਫ ਦੇ ਵਿੱਚ ਆਪਣੇ ਪੰਜਾਬੀ ਵਰਕਰ ਫਸੇ ਹੋਏ ਆ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ। ਮੈਂ ਬਿਲਕੁਲ ਸਹਿਮਤ ਹਾਂ ਸੰਦੀਪ ਜੀ। ਮੈਂ ਆਪਣੇ ਲੈਵਲ 'ਤੇ ਵੀ ਇਹਦੇ ਬਾਰੇ ਟਵੀਟ ਕਰੂੰਗਾ, ਮੈਂ ਕੋਸ਼ਿਸ਼ ਵੀ ਕਰੂੰਗਾ CM ਆਫਿਸ ਦੇ ਵਿੱਚ ਗੱਲ ਵੀ ਕਰਾਂ। ਮੀਨਵਾਈਲ ਅਮਰਜੀਤ ਗਰੇਵਾਲ ਕਹਿ ਰਹੇ ਨੇ ਕਿ ਇੰਡੀਆ ਦੇ ਵਿੱਚ ਕੇਸਿਸ ਜ਼ਰੂਰ ਵੱਧ ਰਿਹਾ ਪਰ ਬਹੁਤਾ ਨੁਕਸਾਨ ਨਹੀਂ ਹੋਣਾ ਔਰ ਉਹ ਗੱਲ ਠੀਕ ਵੀ ਆ ਕਿਉਂਕਿ ਨੁਕਸਾਨ ਤਾਂ ਹੁਣ ਤੱਕ ਸਿਰਫ 8000 ਲੋਕਾਂ ਦਾ ਹੀ ਹੋਇਆ ਵਾ।
ਬਹੁਤਾ ਨੁਕਸਾਨ ਨਹੀਂ ਹੋਣਾ ਕਿਉਂਕਿ ਇੰਡੀਆ ਦੇ ਵਿੱਚ ਇਮਿਊਨਿਟੀ ਲੋਕਾਂ ਦੀ ਜ਼ਿਆਦਾ ਵਾ ਔਰ ਲੋਕੀ ਮੈਂਟਲੀ ਵੀ ਸਟਰੋਂਗ ਨੇ। ਅਮਰਜੀਤ ਗਰੇਵਾਲ ਜੀ, ਉਹ ਤਾਂ ਗੱਲ ਠੀਕ ਆ, ਪਰ ਜਦੋਂ ਕਮਿਊਨਿਟੀ ਟਰਾਂਸਮਿਸ਼ਨ ਹੋ ਜਾਵੇ ਤੇ ਫਿਰ ਉਹ ਇਮਿਊਨਿਟੀ ਵੀ ਮੇਰੇ ਖਿਆਲ ਹੈ ਬਿਯੋਂਡ ਅ ਪੁਆਇੰਟ ਕੀ ਕਰੂਗੀ। ਜੇ ਇੰਨੇ ਕੇਸਿਸ ਹੀ ਵੱਧ ਜਾਣ ਔਰ ਇਲਾਜ ਹੀ ਨਾ ਹੋ ਸਕੇ ਔਰ ਜੇ ਸਾਰੇ ਪਾਸੇ ਖੱਬੇ ਸੱਜੇ ਸਾਰੇ ਪਾਸੇ ਹੀ ਪੋਜ਼ਿਟਿਵ ਕੇਸ ਆ ਗਏ ਤੇ ਮੇਰੇ ਖਿਆਲ ਫਿਰ ਨੁਕਸਾਨ ਵੀ ਹੋ ਸਕਦਾ। ਹਾਲੀ ਤੇ ਮੋਰਟੈਲਿਟੀ ਰੇਟ ਘੱਟ ਆ ਔਰ ਮੈਂ ਫਿਰ ਦੱਸ ਰਿਹਾ ਵਾਂ ਵੀ ਜਿਵੇਂ 1918 ਸਪੈਨਿਸ਼ ਫਲੂ ਆਇਆ ਸੀ ਜਿਹਦੇ ਵਿੱਚ ਭਾਰਤ ਦਾ ਬਹੁਤ ਨੁਕਸਾਨ ਹੋਇਆ, ਆਲਮੋਸਟ 10-12 ਮਿਲੀਅਨ ਲੋਕ ਮਾਰੇ ਗਏ ਸੀ। ਟੋਟਲ ਜਿਹੜੀ ਪੋਪੂਲੇਸ਼ਨ ਸੀ ਇੰਡੀਆ ਦੀ ਉਹਦੀ 5-6% ਪੋਪੂਲੇਸ਼ਨ ਖਤਮ ਹੋ ਗਈ ਸੀ। ਸੋ ਹਾਲੀ ਤੱਕ ਤੇ ਬਚਾਅ ਵਾ, ਕੇਸਿਸ ਵੱਧ ਰਹੇ ਆ, ਰਿਕਵਰੀ ਰੇਟ ਵੀ ਚੰਗਾ ਵਾ, ਲੇਕਿਨ ਔਰ ਹੁਣ ਟੈਸਟਿੰਗ ਵੀ ਅੱਗੇ ਨਾਲੋਂ ਵਧੀ ਆ। ਨੈਸ਼ਨਲ ਲੈਵਲ ਤੇ ਟੈਸਟਿੰਗ ਘੱਟ ਆ ਹਾਲੀ, ਪਰ 10 ਲੱਖ ਦੇ ਪਿੱਛੇ ਸਿਰਫ 3500 ਦੀ ਟੈਸਟਿੰਗ ਆ, ਲੇਕਿਨ ਦਿੱਲੀ ਔਰ ਕਈ ਹੋਰ ਥਾਵਾਂ ਤੇ ਟੈਸਟਿੰਗ ਅੱਗੇ ਨਾਲੋਂ ਕਾਫੀ ਜ਼ਿਆਦਾ ਵਾ। ਨਿਸ਼ਾਨ ਢਿੱਲੋਂ ਕਹਿ ਰਹੇ ਨੇ ਸੁਪਰੀਮ ਕੋਰਟ ਕਰ ਸਕਦੀ ਹੈ, ਪਰ ਸੁਪਰੀਮ ਕੋਰਟ ਨੇ ਵੀ ਅਜੋਕੀ ਸਰਕਾਰ ਦਾ ਤੇ ਵੀ ਅਜੋਕੀ ਸਰਕਾਰ ਦਾ ਦਬਦਬਾ ਹੈ। ਸੁਪਰੀਮ ਕੋਰਟ ਦਖਲ ਦੇ ਸਕਦੀ ਹੈ, ਲੇਕਿਨ ਸੁਪਰੀਮ ਕੋਰਟ ਤੇ ਕਾਨੂੰਨ ਦੀ ਐਨਫੋਰਸਮੈਂਟ ਹੀ ਕਰ ਸਕਦੀ ਹੈ ਨਾ, ਉਹਦੀ ਪਾਲਣਾ ਹੀ ਕਰ ਸਕਦੀ ਹੈ। ਕਾਨੂੰਨ ਜਿਹੜਾ ਵਾ ਉਹ ਤੇ ਸਰਕਾਰਾਂ ਨੇ ਆਪ ਨਵੇਂ ਬਣਾਉਣੇ ਹੁੰਦੇ ਆ ਔਰ ਇੰਤਜ਼ਾਮ ਵੀ ਸਰਕਾਰਾਂ ਨੇ ਕਰਨੇ ਹੁੰਦੇ ਆ। ਸੁਪਰੀਮ ਕੋਰਟ ਆਪਣੇ ਵੱਲੋਂ ਕੁਝ ਕਰ ਰਹੀ ਆ, ਸ਼ਾਇਦ ਬਹੁਤ ਕੁਝ ਕਰਨਾ ਚਾਹੀਦਾ ਸੀ, ਉਹ ਨਹੀਂ ਹੋਇਆ, ਲੇਕਿਨ ਫਿਰ ਵੀ ਉਹ ਕੋਸ਼ਿਸ਼ ਜ਼ਰੂਰ ਕਰ ਰਹੀ ਹੈ। ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ। ਹੈਲੋ, ਹਰਜਿੰਦਰ ਸਿੰਘ ਵਾਲੀਆ ਬੋਲ ਰਹੇ ਨੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਹਰਜਿੰਦਰ ਸਿੰਘ ਵਾਲੀਆ ਸਿਆਟਲ ਯੂਐਸ ਤੋਂ। ਹਾਂਜੀ ਹਾਂਜੀ, ਸੰਧੇ ਵਾਲੀਆ ਜੀ। ਹਾਂਜੀ ਵੀਰ ਜੀ, ਇਸ ਤਰ੍ਹਾਂ ਹੈ, ਇਹ ਟੌਪਿਕ ਬਹੁਤ ਅੱਛਾ ਹੈ, ਇਹਨੂੰ ਬੈਕ ਐਂਡ ਫੋਰਥ ਚਲਾਓ, ਇਹ ਤੁਹਾਡੇ ਇੰਡੀਆ ਵਾਸਤੇ ਬਹੁਤ ਜ਼ਰੂਰੀ ਹੈ ਟੌਪਿਕ, ਇਸ ਨੂੰ ਕੰਟੀਨਿਊਟੀ ਰੱਖਣਾ। ਰਾਈਟ। ਹਾਂਜੀ, ਮੈਂ ਇਸ ਤਰ੍ਹਾਂ ਕਹਿ ਰਿਹਾ ਸੀ, ਸਿਆਟਲ ਸਾਡਾ ਯੂਐਸ ਚ ਪਹਿਲਾ ਸ਼ਹਿਰ ਸੀ ਜਿੱਥੇ ਇਹ ਡੈਥ ਹੋਈ ਹੈ ਤੇ ਇੱਥੋਂ ਹੀ ਸ਼ੁਰੂ ਹੋਇਆ ਯੂਐਸ ਦਾ ਸਾਰਾ COVID-19 ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ। ਓਕੇ। ਤੇ ਅਸੀਂ ਵੀ ਆਪਣੇ ਪੇਸ਼ੈਂਸ ਦੇ ਨਾਲ ਤੇ ਵਿਲ ਪਾਵਰ ਦੇ ਨਾਲ ਤੇ ਗਾਈਡਲਾਈਨਸ ਦੇ ਨਾਲ ਇਹਨੂੰ ਕਾਬੂ ਕਰ ਲਿਆ, ਕੰਟਰੋਲ ਕਰ ਲਿਆ। ਤੇ ਅਸੀਂ ਇਹ ਪਹਿਲੀ ਸਟੇਟ ਹੋਈ ਹੈ ਯੂਐਸ ਦੇ ਵਿੱਚ ਕਿ ਜਿਹੜੀ ਰਿਕਵਰਡ ਹੋ ਗਈ ਆਲਮੋਸਟ। ਸੰਧੇ ਵਾਲੀ ਜੀ, ਮੈਨੂੰ ਦੱਸੋ ਜ਼ਰਾ ਵੀ ਤੁਸੀਂ ਕਿਵੇਂ ਕੰਟਰੋਲ ਕੀਤਾ? ਹਾਂਜੀ, ਪਹਿਲੀ ਗੱਲ ਤੇ ਇਹ ਵੀ ਇੱਥੇ ਕੋਈ ਇਹਨਾਂ ਨੇ ਲਾਕਡਾਊਨ ਨੂੰ ਕੰਪਲਸ਼ਨ ਨਹੀਂ ਸੀ ਬਣਾਇਆ। ਤੁਸੀਂ ਆਪਣੀ ਕਾਰ 'ਚ ਬਾਹਰ ਜਾ ਸਕਦੇ ਸੀ, ਤੁਸੀਂ ਗੱਡੀ 'ਚ ਤੇਲ ਵੀ ਪਵਾ ਸਕਦੇ ਸੀ, ਮਤਲਬ 100% ਨਹੀਂ ਸੀ ਲਾਕਡਾਊਨ, ਸਟਿਲ ਲਿਬਰਟੀ ਸੀ ਵੀ ਜੇ ਤੁਹਾਡੀ ਕੋਈ ਮੁਸ਼ਕਲ ਆ ਰਹੀ ਹੈ ਤੁਸੀਂ ਪੁਲਿਸ ਦੀ ਜਾਂ ਫਾਇਰ ਬ੍ਰਿਗੇਡ ਦੀ ਵੀ ਹੈਲਪ ਲੈ ਸਕਦੇ ਸੀ। ਬਾਕੀ ਤੁਸੀਂ ਇਹ ਦੇਖੋ ਜੀ, ਇੱਥੇ ਹਾਰਵੈਸਟ ਨਾਰਥ ਵੈਸਟ ਹਾਰਵੈਸਟ ਹੈ, ਫੂਡ ਚੇਨ ਹੈ, ਉਹਨਾਂ ਨੇ ਫੂਡ ਸਪਲਾਈ ਕੀਤਾ ਹੈ। ਸਾਡੀ ਇੱਕ ਸੰਸਥਾ ਹੈ ਸੋਚ ਗੁਰੂ ਘਰ ਦੀ, ਸਿੱਖ ਸੈਂਟਰ ਦੀ, ਉਹਨਾਂ ਨੇ ਵੀ ਫੂਡ ਚੇਨ ਸ਼ੁਰੂ ਕੀਤਾ। ਲੋਟ ਆਫ ਫੂਡ ਸਰਵ ਹੋਇਆ ਘਰਾਂ ਜਾ ਕੇ ਤੇ ਲੋਕੀ ਘਰਾਂ 'ਚ ਹੀ ਰਹੇ ਆ। ਠੀਕ ਹੈ ਜੀ। ਅਸੀਂ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲਿਆ ਤੇ ਇਹ ਸੀਰੀਅਸਲੀ ਸਾਡੇ ਕੰਮ ਆਈ ਹੈ। ਤੇ ਅਸੀਂ, ਤੁਸੀਂ ਦੇਖ ਲਓਗੇ ਕਿ ਸਾਡੇ ਕੋਲ ਜਿਹੜੀ ਰੈੱਡ ਕਰਾਸ ਦਾ ਸ਼ਿਪ ਆਇਆ ਸੀ, ਅਸੀਂ ਉਹ ਵੀ ਵਾਪਸ ਕਰ ਦਿੱਤਾ। ਫੀਮਾ ਦੀ ਹੈਲਪ ਵੀ ਅਸੀਂ ਵਾਪਸ ਕਰ ਦਿੱਤੀ ਸੀ ਲੌਂਗ ਟਾਈਮ ਬੈਕ। ਤੇ ਇਹ ਸਾਡੀ ਸਕਸੈਸ ਸਟੋਰੀ ਹੈ ਕਿ ਮੈਨੂੰ ਹੁਣ 3.5 ਮਹੀਨੇ ਹੋ ਗਏ ਅਸੀਂ ਘਰ ਟਿਕੇ ਹੋਏ ਆ। ਇੱਥੇ ਸੈਰ ਕਰੀਦੀ ਹੈ, ਜਾਈਦੀ ਹੈ, ਮਾਸਕ ਪਾਈ ਦਾ, ਡਿਸਟੈਂਸ ਰੱਖੀਦਾ। ਬਹੁਤ ਅੱਛਾ, ਥੈਂਕ ਯੂ ਵੈਰੀ ਮਚ ਸੰਧਾ ਵਾਲਿਆ ਜੀ, ਬਹੁਤ ਮਿਹਰਬਾਨੀ। ਇੱਕ ਮਿੰਟ ਮੈਂ ਦੱਸੂਗਾ ਜੀ। ਹਾਂਜੀ, ਇਸ ਤਰ੍ਹਾਂ ਇੰਡੀਆ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਹਸਪੀਟਲ ਵਾਸਤੇ ਜਿਹੜੇ ਮੀਡੀਆ ਵਾਲੇ ਹੈਗੇ ਆ ਉਹਨਾਂ ਨੂੰ ਐਕਸੈਸ ਦੇਣ। ਜੇ ਡਾਟਾ ਬਾਹਰ ਆਏਗਾ ਤੇ ਹਸਪੀਟਲ 100% ਐਫੀਸ਼ੀਐਂਸੀ 'ਚ ਕੰਮ ਕਰਨਗੇ, ਨਹੀਂ ਤੇ ਉਹਨਾਂ ਨੇ ਹਾਈਡ ਐਂਡ ਸੀਕ ਕਰਦੇ ਰਹਿਣਾ। ਓਕੇ, ਥੈਂਕ ਯੂ ਸੰਧੇ ਵਾਲਿਆ ਜੀ। ਲਾਕਡਾਊਨ 100% ਨਹੀਂ ਸੀ ਸਿਐਟਲ ਦੇ ਵਿੱਚ, ਮੋਬਿਲਿਟੀ ਅਲਾਉਡ ਸੀ ਔਰ NGO ਜਿਵੇਂ ਸੋਚ ਗੁਰੂ ਘਰ ਦੀ ਇੱਕ NGO ਹੈ, ਉਹਨਾਂ ਨੇ ਵੀ ਬਹੁਤ ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੇ ਘਰ ਘਰ ਫੂਡ ਪਹੁੰਚਾਇਆ। ਮਿਹਰਬਾਨੀ। ਇਹ ਸਨ ਸੰਧੇ ਵਾਲਿਆ ਸਿਐਟਲ ਤੋਂ। ਮੀਨਵਾਈਲ ਅਮਰਜੀਤ ਗਰੇਵਾਲ ਔਰ ਤਾਰਾ ਸੁੰਦਰ ਉਹਨਾਂ ਦੇ ਵੀ ਤਾਜ਼ੇ ਕਮੈਂਟ ਨੇ। ਤਾਰਾ ਸੁੰਦਰ ਹਾਲੀ ਵੀ ਕਹਿ ਰਹੇ ਨੇ ਕਾਲ ਨਹੀਂ ਲੱਗ ਰਹੀ। ਖੈਰ ਮੇਰੇ ਖਿਆਲ ਕੋਈ ਦਿੱਕਤ ਹੈ ਤੇ ਸਹੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਠੀਕ ਕਰਨ ਦੀ। ਇੱਕ ਕਾਲਰ ਹੋਲਡ ਤੇ ਨੇ, ਦੇਖਦੇ ਕੀ ਕਹਿੰਦੇ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੇਰ ਸਿੰਘ ਜੀ। ਹਾਂਜੀ ਸ਼ੇਰ ਸਿੰਘ ਜੀ, ਇਹ ਦੱਸੋ ਤੁਹਾਨੂੰ ਕਾਲ ਕਰਨ ਲੱਗਾ ਕੋਈ ਦਿੱਕਤ ਆਈ? ਹਾਂਜੀ, ਪਹਿਲਾਂ ਤਾਂ ਆਉਂਦੀ ਸੀ, ਉਹ ਪਤਾ ਕੀ ਰਿਕਾਰਡਿੰਗ ਬੋਲ ਰਹੀ ਆ ਵੀ ਜਿਹੜਾ ਹੋਸਟ ਆ ਉਹ ਕਾਲ ਨਹੀਂ ਐਕਸੈਪਟ ਕਰ ਰਿਹਾ ਇਸ ਵਕਤ, ਐਂ ਆਉਂਦਾ ਸੀ। ਹੁਣ ਮੇਰੀ ਲੱਗ ਗਈ, ਹੁਣ ਲੱਗੀ। ਓਕੇ, ਇਹਦਾ ਮਤਲਬ ਸਾਡੇ ਦਿੱਕਤ ਸੀ ਸਾਡੇ ਲੈਵਲ ਤੇ। ਠੀਕ ਹੈ ਜੀ। ਹਾਂਜੀ ਸ਼ੇਰ ਸਿੰਘ ਜੀ, ਦਿੱਕਤ ਹੈਗੀ ਆ। ਤਾਰਾ ਸੁੰਦਰ ਜੀ ਠੀਕ ਆ ਜੀ, ਦਿੱਕਤ ਹੈਗੀ ਆ ਜੀ। ਹਾਂਜੀ ਸ਼ੇਰ ਸਿੰਘ ਜੀ।
ਹਾਂਜੀ ਸੰਧੂ ਸਾਹਿਬ ਮੈਂ ਤਾਂ ਇਹ ਕਹੂੰਗਾ ਜਿਹੜੀ ਵਾਇਰਸ ਆਈ ਹੈ ਨਾ ਕਰੋਨਾ, ਇਹ ਤਾਂ ਵੈਸੇ ਇਹ ਛੇਤੀ ਤਾਂ ਜਾਣ ਵਾਲੀ ਹੈ ਨਹੀਂ ਕਿ ਜਿੰਨਾ ਚਿਰ ਹਜੇ ਵੈਕਸੀਨ ਨਹੀਂ ਨਿਕਲੀ, ਕੋਈ ਇਹ ਲੰਬਾ ਸਮਾਂ ਚੱਲੂ। ਤੇ ਇਹਦੇ 'ਚ ਭਾਵੇਂ ਕੋਈ ਦੇਸ਼ ਵਿਕਸਿਤ ਹੈ, ਭਾਵੇਂ ਜਾਂ ਆਪਣੇ ਵਰਗੇ ਦੇਸ਼ ਹੈ ਜਿਹੜੇ ਕਿ ਹਜੇ ਡਿਵੈਲਪ ਕਰ ਰਹੇ ਨੇ, ਪਛੜੇ ਹੋਏ ਦੇਸ਼ ਆਪਾਂ ਕਹਿ ਲੈਂਦੇ ਆ ਜਿਵੇਂ, ਤੇ ਈਵਨ ਜੋ ਅਮਰੀਕਾ ਤੇ ਤੁਸੀਂ ਲੈ ਲਓ ਜੀ, UK ਦੇ ਵਿੱਚ ਵੀ ਸਭ ਤੋਂ ਨੰਬਰ ਵੱਧ ਹੈ ਜੀ। ਕਿਉਂਕਿ ਜਿੱਥੇ ਵੀ ਢਿੱਲ ਹੋਊਗੀ ਸੰਧੂ ਸਾਹਿਬ, ਜਿੱਥੇ ਵੀ ਭਾਵੇਂ ਉਹ ਦੇਸ਼ ਜਿਹੜਾ ਮਰਜ਼ੀ ਹੋਵੇ, ਜਿੱਥੇ ਵੀ ਢਿੱਲ ਹੋਊਗੀ, ਅਣਗਹਿਲੀ ਵਰਤੀ ਜਾਊਗੀ, ਉੱਥੇ ਇਹਨੇ ਫੈਲਣ ਦੇ ਚਾਂਸ ਹੋਰ ਜ਼ਿਆਦਾ ਨੇ। ਇੰਡੀਆ 'ਚ ਤਾਂ ਜਿਵੇਂ ਤੁਸੀਂ ਕਿਹਾ ਕਿੱਟਾਂ ਦਾ ਪ੍ਰਬੰਧ ਹੈ ਨਹੀਂ, ਟੈਸਟਿੰਗ ਵੀ ਪੂਰੀ ਹੈ ਨਹੀਂ, ਸਹੂਲਤਾਂ ਵੀ ਪੂਰੀਆਂ ਨਹੀਂ ਗਿਆ ਅਜੇ, ਤੇ ਲੋਕੀ ਵੀ ਪੂਰੇ ਚੇਤੰਨ ਹੈ ਨਹੀਂ ਗੇ, ਜਿਵੇਂ ਤੁਸੀਂ ਕਿਹਾ ਐਜੂਕੇਟ ਨਹੀਂ, ਸਮਝਦੇ ਨਹੀਂ ਗੱਲ ਨੂੰ, ਮਾਸਕ ਵਗੈਰਾ ਜਾਂ ਦੂਰੀ ਦਾ। ਤੇ ਇੱਥੇ ਵੀ ਸੰਧੂ ਸਾਹਿਬ ਜਦੋਂ ਹੁਣੇ ਦੀ ਗੱਲ ਹੈ, ਜਦੋਂ ਪ੍ਰੋਟੈਸਟ ਨਹੀਂ ਹੋਏ ਦੂਜੇ ਜਾਰਜ ਫਲੋਇਡ ਦੇ ਬਾਰੇ, ਲਾਸ ਐਂਜਲਸ ਦੀ ਮੈਂ ਗੱਲ ਕਰ ਰਿਹਾ, ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪ੍ਰੋਟੈਸਟਰ ਆਏ। ਉੱਥੇ ਲੋਕ ਡਿਸਟੈਂਸ ਕਿੱਥੇ ਰਿਹਾ ਜੀ, ਨਾ ਤਾਂ ਉਹਨਾਂ ਦੇ ਮਾਸਕ ਸੀ, ਨਾ ਹੀ ਡਿਸਟੈਂਸ ਸੀ, ਨਾਲ ਸੀ, ਨਾ ਉਹਨਾਂ ਦੇ ਬੱਚੇ ਵੀ ਸੀਗੇ ਸੰਧੂ ਸਾਹਿਬ। ਸਭ ਤੋਂ ਵੱਡੀ ਖਮੇਰ ਜਿਹੜੀ ਗੱਲ ਹੈ, ਇਹ ਕਹਿੰਦੇ ਅਸੀਂ ਬੱਚਿਆਂ ਨੂੰ ਦਿਖਾਉਣਾ ਕੀ ਹੋ ਰਿਹਾ, ਪਰ ਜੇ ਇਹੋ ਜਿਹੇ ਸਮੇਂ 'ਚ ਦਿਖਾਉਣਾ ਬੱਚਿਆਂ ਨੂੰ ਵੀ ਕੀ ਹੋ ਰਿਹਾ, ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਬਜ਼ੁਰਗਾਂ ਨੂੰ ਬਚ ਕੇ ਕਿਉਂਕਿ ਇਹ ਬਿਮਾਰੀ ਤੁਹਾਨੂੰ ਵੀ ਪਤਾ ਜਿਹਦੀ ਜਿਵੇਂ ਕੰਡੀਸ਼ਨਸ ਹੈਗੀਆਂ ਨੇ ਫਿਜ਼ੀਕਲ ਜਾਂ ਮੈਡੀਕਲ, ਉਹਨੂੰ ਛੇਤੀ ਇਹਨੇ ਗ੍ਰਹਿਣ ਕਰਨਾ ਹੈਗਾ। ਸੋ ਇਹੀ ਗੱਲ ਹੈ, ਇਹ ਤਰਾਸਦੀ ਰਹੂਗੀ ਇੰਡੀਆ 'ਚ ਤਾਂ ਵਧੂਗੀ। ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ, ਕਿਉਂਕਿ ਇੰਡੀਆ 'ਚ ਕਿਹੜਾ ਕੋਈ ਹੈਗਾ ਜਾਦੂ ਹੈ ਵੀ ਇਹ ਜੇ ਅਮਰੀਕਾ ਵਰਗੇ ਕੰਟਰੀਆਂ 'ਚ ਵੱਧ ਸਕਦੀ ਆ, ਜੇ ਅਣਗਹਿਲੀ ਹੋਈ ਤੇ ਇੱਥੇ ਇੰਡੀਆ 'ਚ ਤਾਂ ਦੇਰ ਨਹੀਂ ਲੱਗਣੀ। ਜੇ ਹੁਣ ਝੋਨਾ ਲਾ ਰਹੇ ਆ ਮਜ਼ਦੂਰ, ਨਾਲ ਤਾਂ ਲਾ ਰਹੇ ਆ ਬਿਲਕੁਲ, ਹਨਾ, ਖੇਤਾਂ ਦੇ ਵਿੱਚ ਤਸਵੀਰਾਂ ਵੀ ਦਿਖਾ ਰਹੇ ਸੀ। ਹਾਂਜੀ ਤੇ ਬਸ ਸੰਧੂ ਸਾਹਿਬ ਆਹੀ ਹੈ ਬਈ ਕਾਰਨ, ਜਿੱਥੇ ਅਣਗਹਿਲੀ ਹੋਊਗੀ ਇਹਨੇ ਦਸਤਖਤ ਦੇਣੀ ਹੈ ਜੀ। ਉਹ ਇਹ ਕੰਟਰੀ ਨਹੀਂ ਦੇਖਣਾ। ਮਿਹਰਬਾਨੀ ਸ਼ੇਰ ਸਿੰਘ ਜੀ, ਮਿਹਰਬਾਨੀ। ਵਾਕਈ ਸਾਨੂੰ ਇਹਤਿਆਤ ਵਰਤਣਾ ਪਊਗਾ ਇੰਡੀਆ ਦੇ ਵਿੱਚ ਹੁਣ, ਕਿਉਂਕਿ ਲਾਕਡਾਊਨ ਖੁੱਲਿਆ ਵਾ ਔਰ ਝੋਨਾ ਵੀ ਲੱਗ ਰਿਹਾ ਵਾ ਔਰ ਮਾਲਸ ਵੀ ਖੁੱਲ ਗਿਆ ਵਾ, ਧਾਰਮਿਕ ਸਥਾਨ ਵੀ ਖੁੱਲ ਗਏ ਆ। ਸੋ ਇਸ ਕਰਕੇ ਸਾਨੂੰ ਹੋਰ ਵੀ ਇਹਤਿਆਤ ਵਰਤਣਾ ਪਊਗਾ। ਕੇਸਿਸ ਵੱਧ ਰਹੇ ਆ, ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਵਾ, ਪਰ ਸ਼ਾਇਦ ਜਿੰਨੀ ਕੋਸ਼ਿਸ਼ ਹੋਣੀ ਚਾਹੀਦੀ ਉਨੀ ਨਹੀਂ। ਨਿਸ਼ਾਨ ਸਿੰਘ ਢਿੱਲੋਂ ਨੇ ਡਾਕਟਰਾਂ ਬਾਰੇ ਕਮੈਂਟ ਕੀਤਾ ਵੀ ਭਾਰਤ ਦੇ ਡਾਕਟਰ ਪੈਸੇ ਲੈਣ ਦੇ ਵਿੱਚ ਬੜੇ ਸ਼ੇਰ ਨੇ, ਲੇਕਿਨ ਮਰੀਜ਼ਾਂ ਨੂੰ ਹੱਥ ਨਹੀਂ ਲਾਉਂਦੇ। ਨਹੀਂ ਨਿਸ਼ਾਨ ਜੀ, ਇਸ ਤਰ੍ਹਾਂ ਨਹੀਂ, ਡਾਕਟਰ ਬਹੁਤ ਕੋਸ਼ਿਸ਼ ਕਰ ਰਹੇ ਆ। ਡਾਕਟਰ ਆਪ ਵੀ ਕਈ ਪੀੜਿਤ ਹੋਏ ਆ, ਕਈਆਂ ਦੀ ਮੌਤ ਵੀ ਹੋਈ ਆ। ਡਾਕਟਰਾਂ ਦੀ ਆਪਾਂ ਜਾਂ ਕੋਈ ਮੈਡੀਕਲ ਸਟਾਫ ਦੀ ਆਪਾਂ ਉਹਨਾਂ ਦਾ ਨੁਕਸ ਨਹੀਂ ਕੱਢ ਸਕਦੇ, ਸਪੈਸ਼ਲੀ ਇਸ ਮੌਕੇ ਤੇ। ਰਵਿੰਦਰ ਸਿੰਘ ਸੋਢੀ ਹੁਣਾਂ ਦਾ ਵੀ ਤਾਜ਼ਾ ਕਮੈਂਟ ਸਾਡੇ ਫੇਸਬੁੱਕ ਦੇ ਉੱਪਰ ਆਇਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤਾਰਾ ਸੁੰਦਰ ਬੋਲਦਾ ਜੀ। ਹਾਂਜੀ ਤਾਰਾ ਜੀ, ਮਿਲ ਗਈ ਕਾਲ? ਹਾਂਜੀ ਸੰਧੂ ਸਾਹਿਬ, ਕੋਈ ਦਿੱਕਤ ਸੀਗੀ? ਹਾਂਜੀ ਸੰਧੂ ਸਾਹਿਬ, ਗੱਲ ਇਦਾਂ ਵਾ ਕਿ ਤਾਰਾ ਸੁੰਦੀ ਪਹਿਲੋਂ ਤੇ ਦੱਸੋ, ਕਾਫੀ ਦਿਨਾਂ ਬਾਅਦ ਗੱਲ ਕਰ ਰਹੇ ਜੀ, ਸਭ ਠੀਕ ਠਾਕ ਆ? ਹਸਪੀਟਲ ਜਾ ਰਹੇ ਜੇ ਤੁਸੀਂ? ਹਾਂਜੀ, ਮੈਂ ਸੰਧੂ ਸਾਹਿਬ ਉਹੀ ਤੁਹਾਨੂੰ ਦੱਸਣ ਲੱਗਾ ਕਿ ਨਾਰਵੇ ਤੇ ਆਲਮੋਸਟ ਜਿਹੜਾ ਵਾ ਕਿ ਕਰੋਨਾ ਫ੍ਰੀ ਹੋ ਗਿਆ ਹੁਣ। ਓਕੇ, ਇੱਥੇ ਬਹੁਤ ਘੱਟ ਕੇਸ ਆ, ਮਤਲਬ ਕੋਈ ਕੇਸ ਆ ਜਾਂਦਾ ਵਾ, ਪਰ ਇੱਕ ਕਰੋਨਾ ਤੋਂ ਛੱਡੋ ਵੀ ਇਹਨਾਂ ਦੀ ਵੇਖੋ ਕਿ ਕਿੰਨਾ ਫਰਕ ਹੈ ਆਪਣੇ ਦੇਸ਼ਾਂ ਦਾ ਤੇ ਇਹਨਾਂ ਦੇਸ਼ਾਂ ਦਾ, ਕਿ ਇਹਨਾਂ ਨੇ ਅੱਗੇ ਆਪਣੇ ਐਂਟੀਬੋਡੀਜ਼ ਤੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਨਾਰਵੇ ਦੇ ਵਿੱਚ ਨਾ, ਕਿ ਵੈਕਸੀਨ ਆਵੇ ਜਾਂ ਨਾ ਆਵੇ, ਕਿ ਐਂਟੀਬੋਡੀਜ਼ ਮਤਲਬ ਕਿੰਨੇ ਲੋਕਾਂ ਨੂੰ ਹੋਇਆ ਸੀ ਕਿ ਜਿਹੜਾ ਪਤਾ ਹੀ ਨਹੀਂ ਲੱਗਾ ਕਿ ਕਰੋਨਾ ਜਿਹੜਾ ਸੀ ਉਹ ਇਨਫੈਕਟਡ ਲੋਕ ਹੋਏ ਸੀ, ਕਿਉਂਕਿ ਉਹ ਇੱਕ ਰਿਕਾਰਡ ਬਣਾਉਣ ਵਾਸਤੇ ਜਾਂ ਮਤਲਬ ਕਿ ਵੈਕਸੀਨ ਨਾ ਆਵੇ ਜਾਂ ਆਵੇ, ਮਤਲਬ ਇਹਨਾਂ ਨੇ ਐਂਟੀਬੋਡੀਜ਼ ਤੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਨੇ ਅੱਗੇ ਲੋਕਾਂ ਦੇ। ਤੇ ਉਹਦੇ ਵਿੱਚ ਪਤਾ ਲੱਗਾ ਕਿ ਬੜੀ ਇੱਕ ਵਧੀਆ ਚੀਜ਼ ਤੁਹਾਨੂੰ ਦੱਸਣ ਨੌਲੇਜ ਦੀ ਦੱਸਾਂ ਕਿ ਜਿਹੜੀ ਇੱਥੋਂ ਦੀ ਸਾਡੀ ਰਾਜਧਾਨੀ ਓਸਲੋ ਵਾ ਨਾਰਵੇ ਦੀ ਵਿੱਚ, ਉੱਥੇ 10 ਚੋਂ 4 ਬੰਦਿਆਂ ਨੂੰ ਕਰੋਨਾ ਹੋਇਆ ਸੀ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਨੂੰ ਕਰੋਨਾ ਹੋਇਆ ਸੀ। ਹੈਰਾਨੀ ਵਾਲੀ ਗੱਲ ਵੇਖੋ। ਇਹਦਾ ਮਤਲਬ ਉਹਨਾਂ ਦੀ ਇਮਿਊਨਿਟੀ ਚੰਗੀ ਸੀ, ਸਾਡੀ 1% ਪਰ ਓਸਲੋ ਦੀ ਵਿੱਚ 4% ਇਮਿਊਨਿਟੀ ਚੰਗੀ ਸੀ ਉਹਨਾਂ ਦੀ। ਹਾਂਜੀ, ਇਮਿਊਨਿਟੀ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਕਿ ਮਤਲਬ 10 ਓਸਲੋ ਚ, ਮਤਲਬ ਨਾਰਵੇ ਹੈ ਤੇ ਛੋਟਾ ਜਿਹਾ, ਛੋਟਾ ਦੇਸ਼ ਨਹੀਂ ਲਾ ਲਓ, ਮਤਲਬ ਆਬਾਦੀ ਥੋੜੀ ਹੈ, ਏਰੀਆ ਬਹੁਤ ਵੱਡਾ ਹੈ, ਓਸਲੋ ਦੇ ਵਿੱਚ ਮਤਲਬ 10 ਚੋਂ 4 ਬੰਦਿਆਂ ਨੂੰ ਹੋਇਆ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਨੂੰ ਕਰੋਨਾ ਦੇ ਇਨਫੈਕਟਡ ਲੋਕ ਹੋਏ ਨੇ। ਕਿਉਂਕਿ ਸੰਧੂ ਸਾਹਿਬ 2 ਫਾਰਮੂਲੇ ਨਾਲ ਯੂਜ਼ ਕੀਤੇ। ਤੁਹਾਨੂੰ ਯਾਦ ਹੋਊਗਾ ਕਿ ਚਾਈਨਾ ਤੋਂ ਬਾਅਦ ਜਿਹੜੇ ਸਭ ਤੋਂ ਵੱਧ ਕਰੋਨਾ ਤੋਂ ਪ੍ਰਭਾਵਿਤ ਹੋਇਆ ਸੀ ਇਲਾਕਾ ਉਹ ਯੂਰਪ ਹੀ, ਤੇ ਯੂਰਪ ਦੇ ਵਿੱਚ ਸਭ ਤੋਂ ਵੱਧ ਜੇ ਹੋਇਆ ਇਟਲੀ, ਸਪੇਨ ਤੋਂ ਬਾਅਦ ਸਾਡਾ ਸਕੈਂਡੀਨੇਵੀਆ ਹੀ, ਸਕੈਂਡੀਨੇਵੀਆ, ਨਾਰਵੇ, ਸਵੀਡਨ ਤੇ ਡੈਨਮਾਰਕ ਹੀ। ਪਹਿਲਾਂ 2 ਫਾਰਮੂਲੇ ਯੂਜ਼ ਕੀਤੇ। ਪਹਿਲਾ ਫਾਰਮੂਲਾ ਨਾਲ ਯੂਜ਼ ਕੀਤਾ ਸੀ 20 ਦਿਨ ਪੂਰੇ ਕਿ ਤੁਹਾਨੂੰ ਜਿੰਨੀ ਤੁਹਾਡੀ ਤਨਖਾਹ ਬਣਦੀ ਆ
100% ਜਾਂ ਕੋਈ 80% ਉਹ ਤੁਹਾਨੂੰ ਘਰ ਬੈਠੇ ਮਿਲੂਗੀ, ਪਰ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ। ਰਾਈਟ। ਦੂਜਾ ਇਹਨਾਂ ਨੇ ਫਾਰਮੂਲਾ ਲੋਕਾਂ ਨੂੰ ਮਤਲਬ ਰਿਕੁਐਸਟ ਕੀਤੀ ਸੀ ਕਿ ਤੁਸੀਂ ਮਤਲਬ ਆਹੋ ਹੀ ਆਪਣਾ ਹੱਥ ਧੋਣੇ ਆ ਜਾਂ ਦੀ ਸਪੇਸ ਰੱਖਣੀ ਲੋਕਾਂ ਤੋਂ, ਮਤਲਬ ਇੰਸਟਰਕਸ਼ਨ ਜੇ ਦਿੱਤੀਆਂ ਸੀ ਲੋਕਾਂ ਨੇ, ਉਹਨਾਂ ਨੂੰ ਮੰਨੀਆਂ। ਸੋਚ ਵਿੱਚ 99% ਲੋਕ ਅੱਜ ਵੀ ਮੰਨ ਰਹੇ ਨੇ। ਰਾਈਟ। ਤੇ ਇਹਦਾ ਇੰਡੀਆ ਦੇ ਵਿੱਚ ਪਹਿਲਾ ਫਾਰਮੂਲਾ ਤੇ ਮੰਨ ਨਹੀਂ ਸਕਦੇ ਕਿ ਸਰਕਾਰਾਂ ਆਪਣੇ ਜੋਗੀਆਂ ਐਡੀਆਂ ਹੈ ਨਹੀਂ ਜਾਂ ਆਪਣਾ ਸਿਸਟਮ ਹੈ ਨਹੀਂ ਹੈ ਕਿ ਸਾਰਿਆਂ ਨੂੰ ਘਰ ਬੈਠਿਆਂ ਨੂੰ ਤਨਖਾਹਾਂ ਦਿੱਤੀਆਂ ਜਾਣ। ਸੋਸ਼ਲ ਸਿਕਿਉਰਿਟੀ ਸਿਸਟਮ ਹੈ ਨਹੀਂ ਇੱਥੇ, ਪਰ ਦੂਜਾ ਆਪਣੇ ਇੱਥੇ ਸੋਸ਼ਲ ਸਿਕਿਉਰਿਟੀ ਦੂਜਾ ਸਿਸਟਮ ਫਾਰਮੂਲਾ ਸੰਧੂ ਸਾਹਿਬ, ਅਸੀਂ ਦੂਜਾ ਫਾਰਮੂਲਾ ਖਾਸ ਕਰਕੇ ਜਿਹੜੇ ਛੋਟੇ ਪਿੰਡਾਂ ਦੇ ਵਿੱਚ ਆ ਨਾ, ਉਹ ਅਸੀਂ ਮੰਨ ਸਕਦੇ ਆ। ਜੇ ਅਸੀਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਲੈ ਕੇ ਚੱਲੂਗਾ ਨਾ, ਯੂਰਪ ਦੇ ਵਿੱਚ ਜਾਂ ਸਕੈਂਡੀਨੇਵੀਆ ਵਿੱਚ ਮੈਂ ਵੇਖਿਆ ਕਿ ਕਿੱਦਾਂ, ਮੈਂ ਖੁਦ ਤੁਹਾਨੂੰ ਪਤਾ ਹਸਪੀਟਲ 'ਚ ਕੰਮ ਕਰਦਾ, ਕਿੱਦਾਂ ਕਰੋਨਾ ਨੂੰ ਇਹਨਾਂ ਨੇ ਮਾਤ ਦਿੱਤੀ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਆ। ਇਹ ਚੀਜ਼ ਨੂੰ ਸੀਰੀਅਸ ਲੈਣਾ ਪੈਣਾ ਵਾ ਕਿ ਮੈਂ ਕਿੱਦਾਂ ਸਪੇਸ ਰੱਖਣੀ, ਕਿੱਦਾਂ ਹੱਥ ਧੋਣੇ। ਤੁਸੀਂ ਕਰੋਨਾ ਵਾਲੇ ਬੰਦੇ ਨੂੰ ਕਿਹਨੂੰ ਹੋਇਆ ਵੀ ਸਪੇਸ ਰੱਖ ਕੇ ਉਹਨਾਂ ਹੱਥ ਵੀ ਮਿਲਾ ਲਿਆ, ਜਿੰਨੀ ਦੇਰ ਤੁਸੀਂ ਹੱਥ ਆਪਣੇ ਨੱਕ ਨੂੰ, ਕੰਨ ਨੂੰ, ਅੱਖਾਂ ਨੂੰ ਨਹੀਂ ਲਾਉਂਦੇ ਤੇ ਤੁਹਾਨੂੰ ਉਹ ਚੀਜ਼ ਜਿਹੜੀ ਇਨਫੈਕਸ਼ਨ ਨਹੀਂ ਹੋ ਸਕਦਾ। ਇਹ ਚੀਜ਼ਾਂ ਜਿਹੜੀਆਂ ਆਪਣੇ ਬੰਦਿਆਂ ਨੂੰ ਇੱਕ ਦੂਜੇ ਨੂੰ ਦੱਸਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ ਵਾ। ਤੇ ਮਤਲਬ ਇੰਨਾ ਕੋਈ ਹੈ ਨਹੀਂ ਕਿ ਜਿੰਨਾ ਜ਼ਿਆਦਾ ਆਪਾਂ ਕਰੀ ਜਾਂਦੇ ਹਾਂ। ਮਤਲਬ ਇਹ ਕਿ ਇਹ ਨਹੀਂ ਮੈਂ ਕਹਿ ਸਕਦਾ ਕਿ ਮੈਂ ਖੁਦ ਮੈਡੀਕਲ ਲਾਈਨ 'ਚ ਕੰਮ ਕਰਦਾ ਕਿ ਬਿਮਾਰੀ ਜਿਹੜੀ ਖਤਰਨਾਕ ਨਹੀਂ ਹੈ, ਪਰ ਹਾਂ ਇਹ ਫੈਲਣ ਤੋਂ ਹੀ ਜਿਹੜਾ ਇੱਕ ਦੂਜੇ ਦੀ ਜ਼ਿੰਮੇਵਾਰੀ ਲੈ ਕੇ ਹੀ ਬਚਾ ਸਕਦੇ ਆ ਸੰਧੂ ਸਾਹਿਬ। ਰਾਈਟ। ਤੇ ਹੁਣ ਤਾਰਾ ਸੁੰਦਰ ਬਿਲਕੁਲ ਨਾਰਮਲ ਲਾਈਫ ਹੈ ਉੱਥੇ? ਹਾਂਜੀ, ਉੱਥੇ ਜੀ ਅੱਜ ਬੜੀ ਖੁਸ਼ਖਬਰੀ ਦੀ ਗੱਲ ਆਈ ਹੈ ਨਾਰਵੇ ਦੇ ਵਿੱਚ ਕਿ ਬਾਕੀ ਦੇ ਪਹਿਲਾਂ ਲੋਕਡਾਊਨ ਸਾਰਾ ਕੁਝ ਖੋਲਤਾ ਸੀ ਤੇ ਅੱਜ ਇਹਨਾਂ ਨੇ ਜਿਹੜੇ ਜਿਮ ਆ ਜਾਂ ਪੱਬ ਸ਼ੱਬ ਆ ਜਿਹੜੇ ਉਹ ਵੀ ਜਿਹੜੇ ਖੋਲ ਦਿੱਤੇ ਆ। ਪਰ ਇਹਨਾਂ ਨੇ ਸੰਧੂ ਸਾਹਿਬ ਜਿਹੜੀ ਮੈਂ ਗੱਲ ਤੁਹਾਨੂੰ ਦੱਸਿਆ ਕਿ ਇੱਥੋਂ ਦੇ ਲੋਕ ਜਾਗਰੂਕ ਨੇ। ਜੇ ਮਤਲਬ ਮੈਂ ਖੁਦ ਆਪ ਜਿਮ ਜਾਣਾ, ਇੱਥੇ ਸਾਨੂੰ ਦੱਸਿਆ ਗਿਆ ਉਹਨਾਂ ਜਿਮ ਵਾਲੇ ਨੇ ਕਿ ਤੁਸੀਂ ਇੰਨਾ ਆਪਣਾ ਮਸ਼ੀਨ ਕਿੱਦਾਂ ਯੂਜ਼ ਕਰਨੀ ਆ, ਸਾਰੇ ਮਤਲਬ ਆਪਣੇ ਵੇਟ ਵਗੈਰਾ ਕਿੱਦਾਂ ਯੂਜ਼ ਕਰਨੇ ਆ, ਤੇ ਉਹ ਇੱਥੇ ਮਤਲਬ ਲੋਕੀ ਫਰਜ਼ ਸਮਝਦੇ ਨੇ ਆਪਣਾ ਕਿ ਕਿੱਦਾਂ ਹੀ ਯੂਜ਼ ਕਰਨੇ ਆ। ਇਹ ਮਤਲਬ ਇਹ ਨਹੀਂ ਕਿ ਅਸੀਂ ਕੋਈ ਸਹਾਨ ਕਰਨਾ ਜਿਮ ਵਾਲਿਆਂ ਤੇ ਜਾਂ ਗੌਰਮੈਂਟ ਤੇ। ਇੱਥੇ ਦੇ ਲੋਕ ਸਮਝਦੇ ਨੇ ਕਿ ਨਹੀਂ ਅਸੀਂ ਕਰਨਾ ਹੀ ਕਰਨਾ, ਕਿ ਆਪਣੇ ਬਚਾਅ ਲਈ ਨਹੀਂ ਕਰਨਾ। ਮਤਲਬ ਕਰੋਨਾ ਹੁਣ ਮੰਨ ਲਓ ਕਿ ਮੇਰੀ 30-32 ਸਾਲ ਉਮਰ ਹੈ ਤੇ ਮੈਨੂੰ ਲੱਗਦਾ ਕਿ ਮੈਨੂੰ ਕਰੋਨਾ ਨਾਲ ਕੁਝ ਨਹੀਂ ਹੋਊਗਾ, ਕਿ ਪਰ ਮੈਨੂੰ ਕੁਝ ਨਹੀਂ ਹੋਊਗਾ, ਪਰ ਮੈਂ ਦੂਜਿਆਂ ਨੂੰ ਕਿਹਨੂੰ ਕਰ ਸਕਦਾ ਜਿਹੜੇ ਏਜ ਵਾਲੇ ਉੱਥੇ ਲੋਕ ਵੱਡੇ ਬੁੱਢੇ ਵੀ ਉੱਥੇ ਐਕਸਰਸਾਈਜ਼ ਕਰਨ ਆਉਂਦੇ ਆ। ਤੇ ਇਹ ਚੀਜ਼ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ ਕਿ ਹਰ ਬੰਦੇ ਨੇ ਇੱਕ ਜ਼ਿੰਮੇਵਾਰੀ ਜਿਹੜੀ ਹੈ ਜੀ ਸੰਧੂ ਸਾਹਿਬ ਦੀ ਲੈਣੀ ਪੈਣੀ ਹੈ ਜੀ। ਪਰ ਤਾਰਾ ਸੁੰਦਰ ਇੱਥੇ ਇੰਡੀਆ ਤੇ ਇੱਕ ਅਜੀਬੋ-ਗਰੀਬ ਜੀ ਸਿਚੁਏਸ਼ਨ ਹੋ ਗਈ ਆ, ਕੇਸਿਸ ਬਹੁਤ ਵੱਧ ਰਹੇ ਆ, ਰਿਕਵਰੀ ਰੇਟ ਵੀ ਬਹੁਤ ਅੱਛਾ ਵਾ, ਮੋਰਟੈਲਿਟੀ ਰੇਟ ਵੀ ਹੈ ਨਹੀਂ। ਇਹ ਕੀ ਲੱਗਦਾ ਵਾ ਇਮਿਊਨਿਟੀ ਲੋਕਾਂ ਦੀ ਕਰਕੇ ਜਾਂ ਕੀ ਲੱਗਦਾ ਵਾ ਵੀ ਇੱਥੇ ਵੈਦਰ ਕਰਕੇ? ਨਹੀਂ ਸੰਧੂ ਸਾਹਿਬ, ਮੈਂ ਇੱਕ ਤੁਹਾਨੂੰ ਬੜੀ ਗੱਲ ਕਹਾਂ, ਅੱਗੇ ਵੀ ਤੁਹਾਡੀ ਸ਼ੋਅ ਤੇ ਗੱਲ ਇੱਕ ਹੋਈ ਸੀ। ਇਹ ਮਤਲਬ ਕਿਸੇ ਹੱਦ ਤੱਕ ਮੈਂ ਮਤਲਬ ਇਹ ਨਹੀਂ ਕਹਿ ਸਕਦਾ ਕਿ ਇਹ ਚੀਜ਼ ਕਨਫਰਮ ਹੈ, ਪਰ ਇੱਕ ਤੁਸੀਂ ਚੀਜ਼ ਵੇਖੋ ਕਿ ਯੂਰਪ ਦੇ ਵਿੱਚ ਜਿਹੜੇ ਆਪਣੇ BCG ਦੇ ਇੰਜੈਕਸ਼ਨ ਲੱਗਦੇ ਆ ਜਾਂ ਬਹੁਤ ਜ਼ਿਆਦਾ ਜਿਹੜੇ ਵੈਕਸੀਨ ਆਪਣੇ ਇੰਡੀਆ ਦੇ ਵਿੱਚ ਜੰਮਦੇ ਬੱਚਿਆਂ ਨੂੰ ਲੱਗਦੇ ਆ ਜਾਂ ਮਤਲਬ ਆਪਣੇ ਛੋਟੇ ਹੁੰਦੇ ਲੱਗਦੇ ਆ, ਉਹ ਯੂਰਪ ਦੇ ਵਿੱਚ ਨਹੀਂ ਲੱਗਦੇ। ਸੋ BCG ਕਰਕੇ ਲੋਕਾਂ ਦਾ ਬਚਾਅ ਆ। ਵਧੀਆ ਗੱਲ। ਹਾਂਜੀ, ਮੈਂ ਤੁਹਾਨੂੰ ਇੱਕ ਬੜੀ ਵਧੀਆ ਤੁਹਾਡੀ ਨੌਲੇਜ ਦੀ ਗੱਲ ਦੱਸਣਾ ਚਾਹੁੰਦਾ ਕਿ ਮੇਰੇ ਜਦੋਂ ਛੋਟੀ ਬੇਟੀ ਹੋਈ ਸੀ, ਪਹਿਲੀ ਬੇਟੀ, ਉਦੋਂ ਮੈਂ ਹਸਪੀਟਲ ਦੇ ਵਿੱਚ ਨਾ ਉਹਨੂੰ ਵੈਕਸੀਨ ਬੜੇ ਲੱਗੇ ਸੀ ਤੇ ਉੱਥੇ ਮੈਨੂੰ ਮਤਲਬ ਮੈਂ ਜਿੱਦਾਂ ਕੰਮ ਕਰਦਾ ਉੱਥੇ ਮੈਨੂੰ ਡਾਕਟਰ ਨੇ ਗੱਲ ਦੱਸੀ ਸੀ, ਕਹਿੰਦਾ ਕਿ ਤੂੰ ਲੱਕੀ ਆ ਕਿ ਤੇਰੇ ਬੱਚੇ ਨੂੰ ਵੈਕਸੀਨ ਲੱਗ ਰਹੀ। ਮੈਂ ਉਹ ਕਿੱਦਾਂ, ਕਿਉਂਕਿ ਮੈਨੂੰ ਵੀ ਨਹੀਂ ਉਦੋਂ ਪਤਾ। ਕਹਿੰਦਾ ਕਿ ਜਿਹੜੇ ਵੈਕਸੀਨ ਤੁਹਾਡੇ ਬੱਚਿਆਂ ਨੂੰ ਲੱਗਦੇ, ਜਿਹੜੇ ਇੰਡੀਆ ਤੋਂ ਆਏ ਜਾਂ ਏਸ਼ੀਆ ਤੋਂ ਆਏ, ਉਹ ਇੱਥੋਂ ਦੇ ਨਾਰਵੇਜਨ ਬੱਚਿਆਂ ਨੂੰ ਵੈਕਸੀਨ ਨਹੀਂ ਲੱਗਦੇ। ਉਹਦੇ ਵਿੱਚ BCG ਵੀ ਇੱਕ ਪਾਇਆ ਜਾਂਦਾ ਕਿ BCG ਦੇ ਨਾਰਵੇਜਨ ਬੱਚੇ ਨੂੰ ਚਾਹੁਣ ਤੇ ਲਵਾ ਸਕਦੇ ਆ, ਪਰ ਇਹ ਮਤਲਬ ਕੰਪਲਸਰੀ ਨਹੀਂ ਹੈ। ਪਰ ਸਾਡੇ ਬੱਚਿਆਂ ਲਈ ਕੰਪਲਸਰੀ ਸਾਨੂੰ ਲਾਏ ਜਾਂਦੇ ਨੇ ਵੈਕਸੀਨ ਕੁਝ, ਕਿ ਮਤਲਬ ਜੈਨੇਟਿਕ ਜਿਹੜੀ ਕੋਈ ਬਿਮਾਰੀ ਹੈ ਉਹ ਨਾ ਇੱਥੇ ਫੈਲ ਸਕੇ। ਥੈਂਕ ਯੂ ਤਾਰਾ ਜੀ, ਮੈਨੂੰ ਆਪ ਨਹੀਂ ਸੀ ਪਤਾ, ਹਾਂ ਜਾਣਕਾਰੀ ਨਹੀਂ ਸੀਗੀ ਕਿ ਜਿਹੜੇ ਏਸ਼ੀਅਨ ਬੱਚੇ ਆ ਉਹਨਾਂ ਨੂੰ ਲੱਗਦੇ ਆ ਵੈਕਸੀਨ ਤੇ ਉੱਥੋਂ ਦੇ ਬੱਚਿਆਂ ਨੂੰ ਨਹੀਂ ਲੱਗਦੇ। ਵਾਕਈ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਵਾ। ਮਿਹਰਬਾਨੀ, ਥੈਂਕ ਯੂ ਤਾਰਾ ਸੁੰਦਰ ਜੀ। ਕਾਲ ਇਸੇ ਤਰ੍ਹਾਂ ਕਰਦੇ ਰਹੋ। ਨਿਸ਼ਾਨ ਢਿੱਲੋਂ, ਰਵਿੰਦਰ ਸਿੰਘ ਸੋਢੀ, ਨਰਿੰਦਰ ਟਵਾਣਾ ਹੁਣਾਂ ਦਾ ਡਾਕਟਰਾਂ ਬਾਰੇ ਕੁਝ ਕਮੈਂਟਸ ਆਏ ਆ, ਉਹ ਉੱਥੇ ਜਾ ਕੇ ਤੁਸੀਂ ਦੱਸ ਸਕਦੇ। ਮੈਂ ਵੀ ਇਹਦੇ ਤੇ ਆਪਣੀ ਟਿੱਪਣੀ ਜ਼ਰੂਰ ਕਰੂੰਗਾ, ਪਰ ਉਸ ਤੋਂ ਪਹਿਲਾਂ ਮੈਂ ਅਗਲੀ ਕਾਲ ਲੈ ਰਿਹਾ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਜਸਵਿੰਦਰ ਬੋਲ ਰਿਹਾ ਜੀ। ਜਸਵਿੰਦਰ ਕਿੱਥੋਂ ਬੋਲ ਰਹੇ ਜੀ? ਮੈਂ ਆਪਣਾ ਅਮਰੀਕਾ ਤੋਂ, ਵਰਜੀਨੀਆ ਤੋਂ। ਜਸਵਿੰਦਰ ਵਰਜੀਨੀਆ ਤੋਂ, ਸਵਾਗਤ ਹੈ ਸ਼ੋਅ ਦੇ ਵਿੱਚ। ਜਸਵਿੰਦਰ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ, ਕੀ ਆਪਣਾ ਮੁਲਕ ਭਾਰਤ ਕਰੋਨਾ ਵਾਇਰਸ ਮਹਾਮਾਰੀ ਦੇ ਜਿਹੜੇ ਵੱਧ ਰਹੇ ਕੇਸ ਆ ਉਹਦਾ ਮੁਕਾਬਲਾ ਕਰਨ ਲਈ ਤਿਆਰ ਆ? ਸੰਧੂ ਸਾਹਿਬ, ਮੈਂ ਜੋ ਆਪਣਾ ਮੈਂ ਤੁਹਾਨੂੰ ਥੋੜਾ ਜਿਹਾ ਅਮਰੀਕਾ ਨਾਲ ਖੈਰ ਕੰਪੈਰੀਜ਼ਨ ਨਹੀਂ ਕਰ ਸਕਦੇ, ਬਟ ਇੰਡੀਆ ਦੇ ਵਿੱਚ ਜੋ ਕੇਸਿਸ ਐਕਚੁਅਲੀ ਬਹੁਤ ਜ਼ਿਆਦਾ ਵਾ, ਬਟ
ਜੇ ਉਹਨਾਂ ਨੇ ਟੈਸਟਿੰਗ ਨਾ ਵਧਾਈ ਤੇ ਉਹਨਾਂ ਨੂੰ ਕਦੀ ਵੀ ਨਹੀਂ ਪਤਾ ਲੱਗਣਾ ਕਿ ਉਹ ਕਿਸ ਚੀਜ਼ ਨਾਲ ਟੈਕਲ ਕਰ ਰਹੇ ਆ। ਉਹਨਾਂ ਨੂੰ ਆਪਣੀ ਟੈਸਟਿੰਗ ਵਧਾਉਣੀ ਚਾਹੀਦੀ ਆ, ਤਾਂ ਹੀ ਉਹ ਲੋਕਾਂ ਨੂੰ ਆਈਸੋਲੇਟ ਕਰ ਸਕਣਗੇ ਕਿੰਨੂੰ ਹੈਗਾ ਕਿੰਨੂੰ ਨਹੀਂ ਹੈਗਾ। ਹੁਣ ਤੇ ਜਸਵਿੰਦਰ ਜੀ ਟੈਸਟਿੰਗ ਅੱਗੇ ਨਾਲੋਂ ਤੇ ਜਸਵਿੰਦਰ ਜੀ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਵਿੱਚ, ਟੈਸਟਿੰਗ ਇੰਡੀਆ ਦੇ ਵਿੱਚ ਐਵਰੇਜ 10 ਲੱਖ ਲੋਕਾਂ ਪਿੱਛੇ ਕਰੀਬ 3500 ਲੋਕਾਂ ਦੀ ਟੈਸਟਿੰਗ ਹੁੰਦੀ ਆ ਔਰ ਟੋਟਲ ਟੈਸਟਿੰਗ 49 ਲੱਖ 49 ਲੈਕਸ ਲੋਕਾਂ ਦੀ ਹੋ ਚੁੱਕੀ ਹੈ। ਹਾਂ ਅਮਰੀਕਾ ਦੇ ਮੁਕਾਬਲੇ ਜਿੱਥੇ ਕਰੀਬ 2.25 ਕਰੋੜ ਲੋਕਾਂ ਦੀ ਟੈਸਟਿੰਗ ਹੋਈ ਆ ਘੱਟ ਆ, ਲੇਕਿਨ ਹੁਣ ਟੈਸਟਿੰਗ ਜਿਹੜੀ ਆ ਉਹ ਵੱਧ ਰਹੀ ਹੈ। ਆਲਮੋਸਟ ਕਰੀਬ 1.5 ਲੱਖ ਲੋਕਾਂ ਦੀ ਰੋਜ਼ ਦੀ ਟੈਸਟਿੰਗ ਹੋ ਰਹੀ ਹੈ। ਹਾਂਜੀ ਉਹਦੇ ਵਿੱਚ ਵੀ ਇਹ ਨਾ ਮੈਂ ਅੱਜ ਵੇਖਣ ਰਿਹਾ ਹਾਂ ਕਿ ਜਿਹੜਾ ਉਹਦੇ ਵਿੱਚ ਫਾਲਸ ਪੋਜ਼ਿਟਿਵ ਬਹੁਤ ਆ। ਜੇ ਉਹਨਾਂ ਨੇ ਸਰਕਾਰੀ ਲੈਬ ਤੋਂ ਟੈਸਟ ਕਰਾਇਆ ਪੋਜ਼ਿਟਿਵ, ਬਾਹਰੋਂ ਕਰਾਇਆ ਨੈਗੇਟਿਵ, ਰਾਈਟ। ਸੋ ਬਹੁਤ ਚੀਜ਼ਾਂ ਵੇਰੀ ਕਰਦੀਆਂ ਵਾ, ਟੈਸਟਿੰਗ ਦੇ ਵਿੱਚ ਵੀ ਬਹੁਤ ਚੀਜ਼ਾਂ ਵੇਰੀ ਕਰਦੀਆਂ, ਕਿਟਸ ਕਿੱਥੋਂ ਲੈ ਰਹੇ ਆ, ਟੈਸਟ ਕਿੱਦਾਂ ਦੇ ਆ। ਸੋ ਆਈ ਬਿਲੀਵ ਇਹਨਾਂ ਨੂੰ ਪ੍ਰੋਪਰ ਕੋਈ ਸਿਸਟਮ ਫੋਲੋ ਕਰਨਾ ਪੈਣਾ ਜਿਹਦੇ ਨਾਲ ਕੰਟਰੋਲ ਹੋ ਸਕੇ, ਨਹੀਂ ਤੇ ਬਹੁਤ ਜ਼ਿਆਦਾ ਮੁਸ਼ਕਿਲ ਹੈ। ਇੰਡੀਆ ਹੋਪਫੁਲੀ ਵੈਰੀ ਸੂਨ ਯੂ ਮਾਈਟ ਸੀ ਇਨ ਨੰਬਰ 1 ਪੋਜੀਸ਼ਨ। ਤੁਹਾਡੇ ਅਮਰੀਕਾ ਨਾਲੋਂ ਵੀ ਜਿਹੜੇ ਆਲਮੋਸਟ ਕਰੀਬ 20 ਲੱਖ ਕੇਸ ਹੈ ਉਸ ਤੋਂ ਹੀ ਵੱਧ ਜੂਗਾ ਤੁਹਾਡੇ ਹਿਸਾਬ ਨਾਲ? ਸਿੰਧੂ ਸਾਹਿਬ ਗੱਲ ਏਦਾਂ ਵੀ ਅਮਰੀਕਾ ਰਿਪੋਰਟ ਕਰਨ ਵਿੱਚ ਕੋਈ ਵੀ ਝੂਠ ਨਹੀਂ ਰੱਖਦਾ, ਤੇ ਤੁਹਾਨੂੰ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਵੀ ਟੈਸਟਿੰਗ ਬਹੁਤ ਜ਼ਿਆਦਾ ਵਾ, ਸੋ ਆਫ ਕੋਰਸ ਨੰਬਰ ਆਫ ਕੇਸਿਸ ਵੀ ਵਧਣ ਆਉਣਗੇ, ਰਾਈਟ। ਸੋ ਜਿਵੇਂ ਜਿਵੇਂ ਟੈਸਟਿੰਗ ਵਧੂਗੀ ਤੁਹਾਨੂੰ ਪਤਾ ਲੱਗੂਗਾ ਵੀ ਕੇਸ ਕਿੰਨੇ ਜ਼ਿਆਦਾ, ਰਾਈਟ। ਸੋ ਹਾਲੇ ਤੇ ਇਹਨਾਂ ਨੂੰ ਲੋਕਾਂ ਨੂੰ ਥੋੜਾ ਆਪ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ, ਜਿੱਦਾਂ ਉਹਨੇ ਪਹਿਲਾਂ ਕੱਲ੍ਹ ਨੇ ਦੱਸਿਆ ਵੀ ਐਂਟੀਬਾਡੀ ਟੈਸਟ ਸ਼ੁਰੂ ਕੀਤੇ ਨਾਰਵੇ ਵਿੱਚ, ਅਮਰੀਕਾ ਵਿੱਚ ਵੀ ਉਹਨਾਂ ਨੇ ਐਂਟੀਬਾਡੀ ਟੈਸਟ ਕੀਤੇ ਆ। ਐਂਟੀਬਾਡੀ ਦਾ ਮਤਲਬ ਹੁੰਦਾ ਵੀ ਤੁਹਾਡੇ ਸਰੀਰ ਵਿੱਚ ਇੱਕ ਇਹੋ ਜਿਹੀ ਐਂਟੀਬਾਡੀ ਹੈ ਜਿਹੜੀ ਕਰੋਨਾ ਵਾਇਰਸ ਨਾਲ ਲੜਨ ਵਾਸਤੇ ਸક્ષਮ ਆ। ਉਹਦੇ ਵਿੱਚ ਤੁਹਾਨੂੰ ਕੋਈ ਸਿੰਪਟਮ ਨਹੀਂ ਹੋਊਗਾ, ਤੁਸੀਂ ਬਿਮਾਰ ਨਹੀਂ ਹੋਵੋਗੇ, ਤੁਹਾਨੂੰ ਹੋਊਗਾ ਕਰੋਨਾ ਵਾਇਰਸ ਪਰ ਤੁਸੀਂ ਸਿਕ ਨਹੀਂ ਹੋਵੋਗੇ, ਰਾਈਟ। ਸੋ ਇੰਡੀਆ ਵਿੱਚ ਵੀ ਹੋ ਸਕਦਾ ਬਹੁਤ ਲੋਕਾਂ ਵਿੱਚ ਐਂਟੀਬਾਡੀ ਹੋਵੇ। ਓਕੇ, ਸੋ ਇਹਨਾਂ ਨੂੰ ਇਹੋ ਜਿਹੇ ਡਿਫਰੈਂਟ ਤਰ੍ਹਾਂ ਦੀ ਅਪਰੋਚਿਸ ਵਰਤਣੀਆਂ ਪੈਣੀਆਂ, ਨਹੀਂ ਤੇ ਇਟ ਸੀਮਸ ਡਿਫਿਕਲਟ ਫॉर ਇੰਡੀਆ। ਤੇ ਵਰਜੀਨੀਆ ਚ ਹੁਣ ਬਿਲਕੁਲ ਨਾਰਮਲ ਹੈ, ਤੁਹਾਡੇ ਕੀ ਪੋਜੀਸ਼ਨ ਹੈ ਜੀ ਉੱਥੇ? ਸਾਡੇ ਖੁੱਲਣਾ ਸ਼ੁਰੂ ਹੋ ਗਿਆ, ਹਾਂਜੀ। ਫੇਜ਼ 2 ਮਤਲਬ ਕਿ ਇਹਨਾਂ ਨੇ ਫੇਜ਼ਿਸ ਵਿੱਚ ਖੋਲਣਾ ਸ਼ੁਰੂ ਕੀਤਾ ਸੀ। ਇਹਨਾਂ ਨੇ ਪ੍ਰੋਪਰ ਪਲਾਨ ਬਣਾਇਆ ਕਿ ਜੇ 15 ਦਿਨਾਂ ਦੇ ਵਿੱਚ ਇੰਨੇ ਕੇਸ ਆਉਣਗੇ ਤੇ ਫਿਰ ਤੁਸੀਂ ਖੋਲਣਾ ਸ਼ੁਰੂ ਕਰ ਸਕਦੇ ਜੇ। ਤੇ ਉਹ ਜਿਵੇਂ 15 ਦਿਨਾਂ ਵਿੱਚ ਕੇਸ ਘਟੇ, ਉਸ ਜਿਹੜਾ ਇਹਨਾਂ ਨੇ ਇੱਕ ਪੈਰਾਮੀਟਰ ਸੈੱਟ ਕੀਤਾ ਸੀ ਉਹਦੇ ਤੇ ਆਇਆ ਤੇ ਇਹਨਾਂ ਨੇ ਖੋਲਣਾ ਸ਼ੁਰੂ ਕਰਤਾ। ਹੁਣ ਫੇਜ਼ 2 ਦੇ ਵਿੱਚ ਰੈਸਟੋਰੈਂਟ, ਨਾਈਆਂ ਦੀ ਦੁਕਾਨਾਂ, ਆਪਣਾ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਖੁੱਲਣੀ ਸ਼ੁਰੂ ਹੋ ਗਈ, ਬਟ ਐਵਰੀਥਿੰਗ ਇਜ਼ ਵਿਦ ਰਿਸਟ੍ਰਿਕਸ਼ਨਸ। ਜੇ ਰੈਸਟੋਰੈਂਟ ਵੀ ਉਹ ਵੀ 50% ਆਕੂਪੈਂਸੀ ਨਾਲ, ਜੇ ਤੁਸੀਂ ਆਪਣਾ ਸੈਲੂਨ ਵਗੈਰਾ ਜਾਣਾ ਉਹ ਬਾਈ ਅਪਾਇੰਟਮੈਂਟ, ਇੱਦਾਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਪ੍ਰੀਕਾਸ਼ਨ ਲੈਂਦੇ। ਮਿਹਰਬਾਨੀ ਜਸਵਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ। ਮੀਨਵਾਲ ਇੱਕ ਡਾਕਟਰਸ ਦੇ ਉੱਤੇ ਇੱਕ ਡਿਬੇਟ ਸਾਡੇ ਫੇਸਬੁੱਕ ਦੇ ਉੱਪਰ ਛਿੜੀ ਹੋਈ ਆ। ਕੁਝ ਸੱਜਣਾ ਨੇ ਕਿਹਾ ਕਿ ਡਾਕਟਰ ਸਾਡੇ ਮਿਹਨਤ ਨਹੀਂ ਕਰਦੇ, ਬਾਕੀਆਂ ਨੇ ਕਿਹਾ ਨਹੀਂ ਡਾਕਟਰਸ ਤੇ ਮਿਹਨਤ ਕਰਦੇ ਆ। ਹੋਰ ਦਿੱਕਤਾਂ ਵਾ ਸਰਕਾਰੀ ਹਸਪਤਾਲਾਂ ਦੇ ਵਿੱਚ, ਉੱਥੇ ਇਨਫਰਾਸਟ੍ਰਕਚਰ ਹੈ ਨਹੀਂ, ਉੱਥੇ ਫੈਸਿਲਿਟੀਜ਼ ਹੈ ਨਹੀਂ। ਕੁਝ ਲੋਕਾਂ ਨੇ ਇਹ ਵੀ ਕਿਹਾ ਵਾ ਕਿ ਪ੍ਰਾਈਵੇਟ ਹਸਪੀਟਲਸ ਜਿਹੜੇ ਆ ਉਹ ਵੀ ਜੋ ਉਹਨਾਂ ਨੂੰ ਜਿਵੇਂ ਅੱਗੇ ਆਉਣਾ ਚਾਹੀਦਾ ਸੀ ਉਹ ਅੱਗੇ ਨਹੀਂ ਆਏ। ਮੇਰੇ ਖਿਆਲ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੈ, ਲੇਕਿਨ ਬ੍ਰੌਡਲੀ ਮੇਰਾ ਖਿਆਲ ਹੈ ਡਾਕਟਰਸ ਨੇ ਜਦੋਂ ਵੀ ਉਹਨਾਂ ਕੋਲ ਪੇਸ਼ੈਂਟ ਆਏ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ ਔਰ ਆਪਣੇ ਵੱਲੋਂ ਉਹਨਾਂ ਨੇ ਪੂਰੀ ਵਾਹ ਜ਼ਰੂਰ ਲਾਈ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਮੈਂ ਵਾਪਸ ਆਉਣਾ ਔਰ ਆਪਾਂ ਦੁਬਾਰਾ ਫਿਰ ਗੱਲ ਕਰਾਂਗੇ ਕਿ ਕੀ ਭਾਰਤ ਜਿਹੜੇ ਵੱਧ ਰਹੇ ਕੇਸ ਆ ਕਰੋਨਾ ਵਾਇਰਸ ਦੇ ਮਹਾਮਾਰੀ ਦੇ ਉਹਨਾਂ ਨਾਲ ਡੀਲ ਕਰਨ ਵਾਸਤੇ ਤਿਆਰ ਆ। ਤੁਹਾਡੇ ਕਮੈਂਟਸ ਜਿਹੜੇ ਬਾਕੀ ਆ ਉਹ ਵੀ ਮੈਂ ਸ਼ੇਅਰ ਕਰੂੰਗਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Primelink Express, a Gurmeet Mali, Union Truck Stop, Bakersfield, Sukhi Kuman। ਆਨਲਾਈਨ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਜੋ ਕਿ ਪੰਜਾਬੀ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ YouTube ਚੈਨਲ ਤੇ ਵੀਡੀਓਜ਼ ਰਾਹੀਂ ਹੋਵੇਗਾ। ਤੁਸੀਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੋ। ਕੋਈ ਐਂਟਰੀ ਫੀਸ ਨਹੀਂ, ਹਰ ਉਮਰ ਦਾ ਵਿਅਕਤੀ ਹਿੱਸਾ ਲੈ ਸਕਦਾ ਹੈ। ਤੁਸੀਂ ਵੀ ਆਪਣੀ ਵੀਡੀਓ ਬਣਾ ਕੇ WhatsApp ਨੰਬਰ +1 916 516 0571 ਤੇ ਭੇਜੋ। ਵੀਡੀਓ ਭੇਜਣ ਦੀ ਆਖਰੀ ਤਾਰੀਖ 15 ਜੂਨ ਹੈ। ਨਤੀਜਾ 31 ਜੁਲਾਈ ਨੂੰ ਆਵੇਗਾ ਅਤੇ ਜੇਤੂਆਂ ਨੂੰ ਕਰਮਵਾਰ ਪਹਿਲੇ ਨੂੰ $500, ਦੂਜਾ $400, ਤੀਜਾ $300, ਚੌਥਾ $200 ਅਤੇ ਪੰਜਵਾਂ
$100 ਇਨਾਮ ਹੋਵੇਗਾ। ਇਨਾਮ US ਡਾਲਰ ਦੀ ਵੈਲਿਊ ਦੇ ਹੀ ਹੋਣਗੇ। ਨਿਯਮਾਂ ਜਾਂ ਫਿਰ ਹੋਰ ਜਾਣਕਾਰੀ ਲਈ ਪੰਜਾਬ ਮੀਡੀਆ USA ਅਤੇ ਪੰਜਾਬ ਪ੍ਰੋਡਕਸ਼ਨ ਦੇ ਫੇਸਬੁੱਕ ਤੋਂ ਲੈ ਸਕਦੇ ਹੋ, ਜਾਂ ਤੁਸੀਂ ਟੋਲ ਫ੍ਰੀ ਨੰਬਰ 1800-675-6162 ਤੇ ਸੰਪਰਕ ਕਰ ਸਕਦੇ ਹੋ। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ, ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ, ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 7325724411। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚੋਂ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। This program is sponsored by PrimeLink Express, Gurmeet Mali, Union Truck Stop, Bakersfield, Sukhi Kuman. ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਇਸ ਲਾਈਵ ਸ਼ੋਅ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਜਿਹੜੇ ਕਰੋਨਾ ਵਾਇਰਸ ਮਹਾਮਾਰੀ ਦੇ ਕੇਸ ਵੱਧ ਰਹੇ ਇੰਡੀਆ ਦੇ ਵਿੱਚ, ਆਲਮੋਸਟ 10,000 ਕੇਸ ਰੋਜ਼ ਨਵੇਂ ਕੇਸ ਆ ਰਹੇ ਆ ਔਰ ਇਹ ਟ੍ਰੈਂਡ ਪਿਛਲੇ 8-10 ਦਿਨ ਤੋਂ ਚੱਲ ਰਿਹਾ। ਕੀ ਮੁਲਕ ਜਿਹੜਾ ਵਾ ਔਰ ਸਟੇਟਸ ਜਿਹੜੀਆਂ ਵਾ ਜਿਵੇਂ ਪੰਜਾਬ ਆ, ਹਰਿਆਣਾ ਵਾ ਜਾਂ ਬਾਕੀ ਸਟੇਟਸ ਜਿਵੇਂ ਦਿੱਲੀ ਆ, ਕੀ ਉਹ ਇਸ ਬਿਮਾਰੀ ਦਾ ਨਾਲ ਟੱਕਰਾ ਕਰਨ ਵਾਸਤੇ ਤਿਆਰ ਨੇ, ਮੁਕਾਬਲਾ ਕਰ ਸਕਦੇ ਨੇ? ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਮੈਂ ਥੋੜ੍ਹੇ ਜਿਹੇ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਵਾਂ। ਇਸ ਵੇਲੇ ਇੰਡੀਆ ਦੇ ਵਿੱਚ ਕਰੀਬ 3.25 ਲੱਖ ਤੋਂ ਵੱਧ ਕੇਸ ਸਾਹਮਣੇ ਆ ਗਏ ਆ। ਰੋਜ਼ 10,000 ਕੇਸ ਨਵੇਂ ਆ ਰਹੇ ਆ ਔਰ ਮੇਰੇ ਖਿਆਲ 2 ਦਿਨਾਂ ਦੇ ਵਿੱਚ ਅਸੀਂ 3 ਲੱਖ ਦੀ ਫਿਗਰ ਤੇ ਪਹੁੰਚ ਜਾਵਾਂਗੇ। ਔਰ ਸਭ ਤੋਂ ਜ਼ਿਆਦਾ ਅਫੈਕਟਡ ਪੀੜਿਤ ਰਾਜ ਜਿਹੜੇ ਨੇ ਉਹ ਨੇ ਮਹਾਰਾਸ਼ਟਰ, ਜਿੱਥੇ ਕਰੀਬ 90,000 ਕੇਸ ਸਾਹਮਣੇ ਆਏ ਆ ਔਰ ਉੱਥੇ ਕੇਸ ਇੰਨੇ ਜ਼ਿਆਦਾ ਆ ਗਏ ਕਿ ਉੱਥੇ ਜਿੰਨੀਆਂ ਫੈਸਿਲਿਟੀ ਸੀ, ਬੈੱਡ ਸੀ, ਵੈਂਟੀਲੇਟਰ ਸੀ, ਉਹ ਸਾਰੇ ਹੀ ਕਰੀਬ ਐਗਜ਼ੌਸਟ ਇਸ ਵੇਲੇ ਹੋ ਗਏ ਆ ਔਰ ਮਹਾਰਾਸ਼ਟਰ ਸਰਕਾਰ ਇਸ ਵੇਲੇ ਸਟਰਗਲ ਕਰ ਰਹੀ ਆ ਨਵੇਂ ਕੇਸਿਸ ਨਾਲ ਡੀਲ ਕਰਨ ਵਾਸਤੇ। ਉਸ ਤੋਂ ਨੈਕਸਟ ਹੈ ਤਾਮਿਲਨਾਡੂ। ਤਾਮਿਲਨਾਡੂ ਦੇ ਵਿੱਚ ਕਰੀਬ 35,000 ਕੇਸ ਆ ਔਰ ਉੱਥੇ ਇੱਕ MLA ਦੀ ਵੀ ਪਿੱਛੇ ਜੇ ਡੈਥ ਹੋ ਗਈ, ਕਿਉਂਕਿ MLA ਜਿਹੜੇ ਸਨ, ਹਾਲੀ ਚੀਫ ਮਿਨਿਸਟਰ ਨੇ ਕਿਹਾ ਕਿ ਮੈਂ ਉਹਨੂੰ ਰੋਕਦਾ ਰਿਹਾ ਵੀ ਤੂੰ ਲੋਕਾਂ ਦੇ ਵਿੱਚ ਇੰਨਾ ਨਾ ਜਾ, ਆਪਣੇ ਇੱਕ ਆਫਿਸ ਦੇ ਵਿੱਚੋਂ ਸਭ ਕੁਝ ਸੁਪਰਵਾਈਜ਼ ਕਰ, ਲੇਕਿਨ ਉਹ ਲੋਕਾਂ ਦੇ ਵਿੱਚ ਵਿਚਰ ਰਿਹਾ ਸੀ ਔਰ 61 ਸਾਲ ਦੀ ਉਮਰ ਸੀ ਇੱਕ MLA ਦੀ, ਉਹਦੀ ਵੀ ਡੈਥ ਹੋ ਗਈ। ਉਸ ਤੋਂ ਬਾਅਦ ਦਿੱਲੀ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਆਲਮੋਸਟ 31,000 ਕੇਸਿਸ ਸਾਹਮਣੇ ਆ ਚੁੱਕੇ ਆ ਔਰ ਪਰ ਚੰਗੀ ਗੱਲ ਇਹ ਆ ਵੀ ਇਹ 31,000 ਕੇਸਿਸ ਦਿੱਲੀ ਦੇ ਵਿੱਚ ਹੈ ਤਾਂ ਸਹੀ, ਲੇਕਿਨ ਹਾਲੀ ਉੱਥੇ ਬੈੱਡ ਕਪੈਸਿਟੀ 50% ਹਾਲੀ ਅਵੇਲੇਬਲ ਆ, ਵੈਂਟੀਲੇਟਰ ਵੀ ਹਾਲੀ ਅਵੇਲੇਬਲ ਆ। ਸੋ ਇਸ ਕਰਕੇ ਅਗਲੇ ਕੁਝ ਦਿਨਾਂ ਤੱਕ ਤੇ ਮੇਰੇ ਖਿਆਲ ਸਿਚੁਏਸ਼ਨ ਕੰਟਰੋਲ 'ਚ ਰਹੂਗੀ। ਲੇਕਿਨ ਜੇ ਜੋ ਸ਼ੰਕਾ ਵਾ ਕਿ ਜੁਲਾਈ ਐਂਡ ਤੱਕ 5.5 ਲੱਖ ਕੇਸ ਹੋ ਜਾਣਗੇ, ਹੁਣ 31,000 ਕੇਸ ਆ, ਜੁਲਾਈ ਐਂਡ ਤੱਕ ਜੇ 5.5 ਲੱਖ ਕੇਸ ਹੋ ਜਾਣਗੇ ਸਿਰਫ ਦਿੱਲੀ ਦੇ ਵਿੱਚ, ਤੇ ਫਿਰ ਵਾਕਈ ਸਾਨੂੰ 80,000 ਬੈੱਡ ਦੀ ਲੋੜ ਹੋਊਗੀ। ਉਹਦੇ ਵਾਸਤੇ ਦਿੱਲੀ ਸਰਕਾਰ ਕੋਲ ਵੀ ਦਿੱਕਤ ਬੜੇ ਵੱਡੇ ਪੱਧਰ ਤੇ ਆ ਸਕਦੀ ਆ। ਬੜੀ ਹੈਰਾਨੀ ਦੀ ਗੱਲ ਹੈ ਵੀ ਜਿਵੇਂ ਸਪੈਨਿਸ਼ ਫਲੂ 1918 ਚ ਆਇਆ ਸੀ, ਸਾਰੀ ਦੁਨੀਆ ਪ੍ਰਭਾਵਿਤ ਹੋ ਗਈ ਸੀ, 2-4 ਮੁਲਕ ਰਹਿ ਗਏ ਸੀ। ਐਰਕੀ ਉਹਨੇ ਮੁਲਕ ਪ੍ਰਭਾਵਿਤ ਨਹੀਂ। ਕੈਨੇਡਾ, ਅਫਰੀਕਾ ਦੇ ਵਿੱਚ ਕੁਝ ਥਾਂ ਜਿਹੜੀਆਂ ਉੱਥੇ ਕਰੋਨਾ ਵਾਇਰਸ ਦੇ ਬਹੁਤ ਘੱਟ ਕੇਸ ਨੇ। ਨਿਊਜ਼ੀਲੈਂਡ ਕਰੋਨਾ ਫ੍ਰੀ ਹੋ ਗਿਆ,
ਹੁਣੇ ਨਾਰਵੇ ਤੋਂ ਗੱਲ ਕਰ ਰਹੇ ਸੀ, ਨਾਰਵੇ ਵੀ ਕਰੀਬ ਕਰੋਨਾ ਫ੍ਰੀ ਹੋ ਗਿਆ ਵਾ, ਔਰ ਆਸਟ੍ਰੇਲੀਆ ਵੀ ਕਰੀਬ ਹੁਣ ਹੌਲੀ ਹੌਲੀ ਕਰੋਨਾ ਫ੍ਰੀ ਹੋ ਰਿਹਾ ਵਾ। ਸੋ ਪਰ ਕੁਝ ਕੰਟਰੀਜ਼ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਨੇ, ਅਮਰੀਕਾ, ਬ੍ਰਾਜ਼ੀਲ, ਰਸ਼ੀਆ, UK, ਇੰਡੀਆ ਹੁਣ 5ਵੇਂ ਨੰਬਰ ਤੇ ਆ ਗਿਆ। ਔਰ ਜੇ ਇਹੋ ਹੀ ਟ੍ਰੈਂਡ ਰੋਜ਼ ਦੇ 10,000 ਕੇਸ ਨਵੇਂ ਆਉਂਦੇ ਰਹੇ ਤੇ ਮੇਰੇ ਖਿਆਲ ਅਗਲੇ ਦਿਨਾਂ ਦੇ ਵਿੱਚ ਇੰਡੀਆ ਹੋ ਸਕਦਾ ਵਾ ਨੰਬਰ 5 ਤੋਂ ਨੰਬਰ 4, ਫਿਰ ਨੰਬਰ 3, ਨੰਬਰ 2, ਔਰ ਅਸੀਂ ਆਸ ਕਰਦੇ ਹਾਂ ਕਿਤੇ ਨੰਬਰ 1 ਤੇ ਨਾ ਆ ਜੇ। ਜਿਵੇਂ ਸਪੈਨਿਸ਼ ਫਲੂ ਵੇਲੇ ਜੇ 20 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ ਤੇ ਪੰਜਾਬ ਦੇ ਲੋਕ, ਇੰਡੀਆ ਦੇ ਲੋਕ ਜਿਹੜੇ ਆ ਉਹ ਕਰੀਬ 10 ਮਿਲੀਅਨ ਮਾਰੇ ਗਏ ਸੀ ਉਹਦੇ ਵਿੱਚ। ਮਾਈਗ੍ਰੈਂਟਸ ਦੀ ਬਹੁਤ ਵੱਡੀ ਦਿੱਕਤ ਹੈ, ਔਰ ਹੁਣ ਕਿਉਂਕਿ ਸਭ ਕੁਝ ਖੁੱਲ੍ਹ ਗਿਆ ਵਾ, ਮਾਈਗ੍ਰੈਂਟਸ ਹਾਲੀ ਵੀ ਸੜਕਾਂ ਤੇ ਨੇ, ਔਰ ਕੋਈ ਮਾਈਗ੍ਰੈਂਟ ਜਾ ਰਿਹਾ ਵਾਪਸ, ਕੁਝ ਨੂੰ ਵਾਪਸ ਲਿਆਂਦਾ ਜਾ ਰਿਹਾ ਕਿਉਂਕਿ ਝੋਨੇ ਦੀ ਬਿਜਾਈ ਇਸ ਵੇਲੇ ਸ਼ੁਰੂ ਹੋਈ ਆ। ਉਹਦੇ ਨਾਲ ਮਾਲ ਵੀ ਖੁੱਲ੍ਹ ਗਏ ਆ, ਧਾਰਮਿਕ ਸਥਾਨ ਵੀ ਖੁੱਲ੍ਹ ਗਏ, ਬੱਸਾਂ ਵੀ ਚਾਲੂ ਹੋ ਗਈਆਂ, ਗੱਡੀਆਂ ਵੀ ਚਾਲੂ ਹੋ ਗਈਆਂ, ਔਰ ਬੱਸਾਂ ਗੱਡੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੋਸ਼ਲ ਡਿਸਟੈਂਸਿੰਗ ਬਹੁਤੀ ਮੇਨਟੇਨ ਹੋ ਨਹੀਂ ਸਕਦੀ। ਸੋ ਇਹ ਹਾਲਾਤ ਇਸ ਵੇਲੇ ਬਣੇ ਹੋਏ ਨੇ। ਸ਼ੇਰਗਿਲ ਹੁਣਾਂ ਦਾ ਇੱਕ ਤਾਜ਼ਾ ਕਮੈਂਟ ਆਇਆ ਵਾ ਫੇਸਬੁੱਕ ਦੇ ਉੱਪਰ, ਉਹ ਕਹਿ ਰਹੇ ਨੇ some neglected cases came out ਹਾਂ, ਡਾਕਟਰਸ ਦੀ ਜਿਹੜੀ ਬਹਿਸ ਹੋ ਰਹੀ ਸੀ, ਡਾਕਟਰਸ ਮਿਹਨਤ ਕਰਦੇ ਨਹੀਂ ਕਰਦੇ, ਡਾਕਟਰਸ ਇਮਾਨਦਾਰ ਨੇ ਨਹੀਂ ਇਮਾਨਦਾਰ, ਉਹਦੇ ਤੇ ਸ਼ੇਰਗਿਲ ਹੋਣਾ ਨੇ ਕਿਹਾ ਕਿ ਇੱਕ ਉਹਨਾਂ ਦੇ ਕੁਝ ਕੇਸਿਸ ਦੇ ਵਿੱਚ ਨੈਗਲੀਜੈਂਸ ਸਾਹਮਣੇ ਆਈ ਆ, ਲੇਕਿਨ ਕਈ ਕੇਸਿਸ ਦੇ ਵਿੱਚ ਡਾਕਟਰਸ ਆਪਣਾ ਫਰਜ਼ ਨਿਭਾਉਂਦੇ ਆ। ਜਿਹੜੇ ਕੇਸਿਸ ਦੇ ਵਿੱਚ ਨੈਗਲੀਜੈਂਸ ਸਾਹਮਣੇ ਆਈ ਆ ਉਹ ਦੱਸ ਰਹੇ ਉਹਦੇ ਕੋਈ ਰਿਸ਼ਤੇਦਾਰ ਸਨ, ਉਹਨਾਂ ਨੂੰ ਉਹ ਕੈਂਸਰ ਪੇਸ਼ੈਂਟ ਸਨ, ਔਰ ਜਿਹੋ ਜਿਹੀ ਉਹਨਾਂ ਨੂੰ ਟ੍ਰੀਟਮੈਂਟ ਮਿਲਣੀ ਚਾਹੀਦੀ ਸੀ ਉਹੋ ਜਿਹੀ ਟ੍ਰੀਟਮੈਂਟ ਨਹੀਂ ਮਿਲੀ। ਲੇਕਿਨ ਬਹੁਤ ਸਾਰੇ ਡਾਕਟਰ ਇਹੋ ਜਿਹੇ ਵੀ, ਜਿਵੇਂ ਆਪਣੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਸਨ, ਉਹ ਇਮਾਨਦਾਰ ਵੀ ਨੇ, ਮਿਹਨਤ ਵੀ ਕਰਦੇ ਆ, ਪ੍ਰਾਈਵੇਟ ਡਾਕਟਰ ਵੀ ਨੇ, ਫਿਰ ਵੀ ਬਹੁਤ ਮਿਹਨਤ ਕਰਦੇ ਆ। ਲੇਕਿਨ ਸਰਕਾਰੀ ਹਸਪਤਾਲਾਂ ਦੇ ਆਪਾਂ ਨੂੰ ਪਤਾ ਹੀ ਆ ਕਿ ਜਿਹੋ ਜਿਹੀਆਂ ਸਹੂਲਤਾਂ ਅਵੇਲੇਬਲ ਹੋਣੀਆਂ ਚਾਹੀਦੀਆਂ ਸੀ ਉਹ ਸਹੂਲਤਾਂ ਅਵੇਲੇਬਲ ਨਹੀਂ। ਹੁਣ ਕਿਉਂਕਿ ਸਮਾਂ ਖਤਮ ਹੋ ਰਿਹਾ, ਮੈਨੂੰ ਦਿਓ ਇਜਾਜ਼ਤ। ਅੱਜ ਸ਼ੋਅ ਦੇ ਕਰੀਬ ਪਹਿਲੇ ਹਿੱਸੇ ਦੇ ਵਿੱਚ ਕਾਲਸ ਦੇ ਵਿੱਚ ਦਿੱਕਤ ਆਉਣ ਕਰਕੇ ਅਸੀਂ ਕੁਝ ਕਾਲਸ ਨਹੀਂ ਲੈ ਸਕਦੇ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਕੋਸ਼ਿਸ਼ ਕਰਾਂਗੇ ਕਿ ਇਹ ਦਿੱਕਤ ਦੁਬਾਰਾ ਨਾ ਆਵੇ। ਸੋ ਹੁਣ ਆਪਾਂ ਅਗਲੇ ਸ਼ੋਅ ਤੱਕ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। This program is sponsored by Prime Link Express, Gurmeet Mali, Union Truck Stop, Bakersfield, Sukhi Kuman,